गुड मॉर्निंग बेटे। अगे अपना चैप्टर है पार्ट बी का फोर्थ मौलिक अधिकार फंडामेंटल राइट्स। ਆਧੁਨਿਕ ਲੋਕਤੰਤਰੀ ਰਾਜਾਂ ਦੇ ਵਿੱਚ ਰਾਜ ਦੀ ਪਹਿਚਾਣ ਕਰਾਉਣ ਦੇ ਵਾਸਤੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਕੁਝ ਅਧਿਕਾਰ ਦਿੱਤੇ ਜਾਂਦੇ ਆ। ਇਹ ਅਧਿਕਾਰ ਆ ਜਿਹੜੇ ਵਿਅਕਤੀ ਦੇ ਵਿਕਾਸ ਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਤੇ ਅੱਜ ਦਾ ਜਿਹੜਾ ਰਾਜ ਆ ਉਹਦੇ ਦਾ ਉਦੇਸ਼ ਮੇਨ ਕੀ ਹੈ ਵੀ ਵਿਅਕਤੀ ਦੇ ਵਿਕਾਸ ਦੇ ਲਈ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤੇ ਇਸੇ ਉਦੇਸ਼ ਦੀ ਪੂਰਤੀ ਦੇ ਵਾਸਤੇ ਰਾਜ ਹੈ ਜਿਹੜਾ ਉਹ ਨਾਗਰਿਕਾਂ ਨੂੰ ਕਈ ਪ੍ਰਕਾਰ ਦੇ ਅਧਿਕਾਰ ਦਿੰਦਾ ਹੈ ਤੇ ਭਾਰਤ ਦੇ ਸੰਵਿਧਾਨ ਦਾ ਜਿਹੜਾ ਤੀਜਾ ਅਧਿਆਇ ਹੈ ਉਹਦੇ ਵਿੱਚ ਧਾਰਾ 12 ਤੋਂ ਲੈ ਕੇ ਧਾਰਾ 35 ਤੱਕ ਨਾਗਰਿਕਾਂ ਨੂੰ ਜਿਹੜੇ ਮੌਲਿਕ ਅਧਿਕਾਰ ਦਿੱਤੇ ਗਏ ਆ ਉਹਨਾਂ ਬਾਰੇ ਵਰਣਨ ਕੀਤਾ ਹੋਇਆ। ਮੌਲਿਕ ਅਧਿਕਾਰਾਂ ਦਾ ਅਰਥ ਕੀ ਹੈ? ਮੌਲਿਕ ਅਧਿਕਾਰ ਉਹ ਹੁੰਦੇ ਆ ਜਿਹੜੇ ਵਿਅਕਤੀ ਦੇ ਵਿਕਾਸ ਦੀ ਬੁਨਿਆਦ ਹੁੰਦੇ ਆ ਤੇ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ? ਮੌਲਿਕ ਅਧਿਕਾਰ ਜਿਹੜੇ ਰਾਜ ਦੇ ਸਰਵਉੱਚ ਕਾਨੂੰਨ ਭਾਵ ਕੀ ਹੈ ਸੰਵਿਧਾਨ ਦੇ ਵਿੱਚ ਸ਼ਾਮਲ ਹੁੰਦੇ ਆ। ਇਹ ਵਿਅਕਤੀ ਦੇ ਸਮੁੱਚੇ ਵਿਕਾਸ ਦੀ ਬੁਨਿਆਦ ਹੁੰਦੇ ਹਨ। ਤੀਸਰਾ, ਮੌਲਿਕ ਅਧਿਕਾਰਾਂ ਦੀ ਸਧਾਰਨ ਕਾਨੂੰਨ ਪਾਸ ਕਰਕੇ ਵਿਧਾਨ ਮੰਡਲਾਂ ਅਤੇ ਸੰਸਦ ਦੁਆਰਾ ਉਲੰਘਣਾ ਨਹੀਂ ਕੀਤੀ ਜਾ ਸਕਦੀ। ਨੰਬਰ 4 ਹੈ ਰਾਜ ਵਿੱਚ ਰਹਿਣ ਵਾਲੇ ਜਿਹੜੇ ਲੋਕ ਹੈ ਤੇ ਸਰਕਾਰੀ ਅਧਿਕਾਰੀ ਆ ਉਹ ਮੌਲਿਕ ਅਧਿਕਾਰਾਂ ਦਾ ਸਤਿਕਾਰ ਕਰਨ ਦੇ ਲਈ ਪਾਬੰਦ ਹੁੰਦੇ ਆ। ਨੰਬਰ 5 ਜਸਟਿਸ ਪਤੰਜਲੀ ਸ਼ਾਸਤਰੀ ਦੇ ਅਨੁਸਾਰ ਕੀ ਹੈ ਵੀ ਮੌਲਿਕ ਅਧਿਕਾਰਾਂ ਨੂੰ ਰਾਜ ਦੁਆਰਾ ਬਣਾਏ ਗਏ ਆਮ ਕਾਨੂੰਨਾਂ ਉੱਤੇ ਸ੍ਰੇਸ਼ਟਤਾ ਪ੍ਰਾਪਤ ਹੁੰਦੀ ਹੈ। ਮੌਲਿਕ ਅਧਿਕਾਰ ਹੈ ਜਿਹੜੇ ਨਿਆਂ ਸੰਗਤ ਹੁੰਦੇ ਆ ਤੇ ਇਹਨਾਂ ਨੂੰ ਅਦਾਲਤਾਂ ਦੇ ਦੁਆਰਾ ਲਾਗੂ ਕੀਤਾ ਜਾ ਸਕਦਾ ਹੈ। ਉਸ ਤੋਂ ਅੱਗੇ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਕਿਉਂ ਸ਼ਾਮਿਲ ਕੀਤਾ ਗਿਆ ਹੈ? ਵਾਈ ਫੰਡਾਮੈਂਟਲ ਰਾਈਟਸ were included into the constitution। ਭਾਰਤ ਦੇ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰਾਂ ਨੂੰ ਇਸ ਕਰਕੇ ਜ਼ਿੰਮੇਵਾਰ ਕੀਤਾ ਗਿਆ ਹੈ। ਪਹਿਲਾ ਪੁਆਇੰਟ ਇਹਦੇ ਵਿੱਚ ਹੈਗਾ ਰਾਸ਼ਟਰਵਾਦੀਆਂ ਦੀ ਪੁਰਾਣੀ ਮੰਗ ਲੌਂਗ ਸਟੈਂਡਿੰਗ ਡਿਮਾਂਡ ਆਫ ਨੈਸ਼ਨਲਿਸਟ। ਅਧਿਕਾਰਾਂ ਦਾ ਜਿਹੜਾ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਜਾਣਾ ਕੀ ਸੀਗਾ ਵੀ ਰਾਸ਼ਟਰਵਾਦੀ ਸੀ ਜਿਹੜੇ ਉਹਨਾਂ ਦੀ ਇੱਕ ਮੰਗ ਸੀਗੀ ਵੀ ਜਿਹਨੂੰ ਉਹ ਸਮੇਂ-ਸਮੇਂ ਤੇ ਹੀ ਦੁਹਰਾ ਰਹੇ ਸੀਗੇ। ਜਦੋਂ ਆਪਾਂ ਨੂੰ ਆਜ਼ਾਦੀ ਮਿਲੀ ਹੈ ਤਾਂ ਉਸ ਤੋਂ ਪਿੱਛੋਂ ਜਦੋਂ ਸੰਵਿਧਾਨ ਦੇ ਨਿਰਮਾਣ ਕਰਨ ਦਾ ਮੌਕਾ ਮਿਲਿਆ ਸੀ ਤਾਂ ਉਸ ਸਮੇਂ ਜਿਹੜੇ ਅਧਿਕਾਰ ਸੀਗੇ ਉਹਨਾਂ ਨੂੰ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਜਾਣਾ ਜ਼ਰੂਰੀ ਸੀ। ਸੈਕਿੰਡ ਹੈ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਲਈ ਫॉर द प्रोटेक्शन ऑफ द इंटरेस्ट ऑफ माइनॉरिटीज। ਜਦੋਂ ਪਾਕਿਸਤਾਨ ਦਾ ਨਿਰਮਾਣ ਹੋਇਆ ਉਸ ਤੋਂ ਪਿੱਛੋਂ ਭਾਰਤ ਦੇ ਵਿੱਚ ਜਿਹੜੇ ਘੱਟ ਗਿਣਤੀਆਂ ਸੀਗੀਆਂ ਉਹਨਾਂ ਨੂੰ ਬਹੁ ਗਿਣਤੀ ਦੇ ਅਤਿਆਚਾਰ ਦਾ ਡਰ ਸੀਗਾ। ਇਸੇ ਕਰਕੇ ਜਿਹੜੇ ਘੱਟ ਗਿਣਤੀਆਂ ਸੀਗੀਆਂ ਉਹਨਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਵਿਸ਼ਵਾਸ ਪੈਦਾ ਕਰਨ ਦੇ ਵਾਸਤੇ ਸੰਵਿਧਾਨ ਦੇ ਵਿੱਚ ਇਹਨਾਂ ਅਧਿਕਾਰਾਂ ਨੂੰ ਸ਼ਾਮਲ ਕਰਕੇ ਉਚਿਤ ਵਿਵਸਥਾਵਾਂ ਕੀਤੀਆਂ ਗਈਆਂ ਸੀ। ਨੰਬਰ 3 ਲੋਕਤੰਤਰ ਦਾ ਆਧਾਰ ਬੇਸਿਸ ਆਫ ਡੈਮੋਕ੍ਰੇਸੀ। ਭਾਰਤ ਨੂੰ ਲੋਕਤੰਤਰੀ ਰਾਜ ਘੋਸ਼ਿਤ ਕੀਤਾ ਗਿਆ ਤੇ ਲੋਕਤੰਤਰੀ ਰਾਜ ਦੇ ਵਿੱਚ ਨਾਗਰਿਕ ਹੈ ਜਿਹੜੇ ਉਹਨਾਂ ਨੂੰ ਅਧਿਕਾਰ ਪ੍ਰਦਾਨ ਕੀਤੇ ਜਾਣਾ ਜ਼ਰੂਰੀ ਸੀਗਾ। ਇਸੇ ਕਰਕੇ ਹੀ ਸੰਵਿਧਾਨ ਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਸੀ ਉਹਨਾਂ ਨੂੰ ਸ਼ਾਮਲ ਕੀਤਾ ਗਿਆ। ਨੰਬਰ 4 ਸਰਕਾਰ ਨੂੰ ਜ਼ਿੰਮੇਵਾਰ ਬਣਾਏ ਜਾਣ ਲਈ ਟੂ ਮੇਕ ਦਾ ਗਵਰਨਮੈਂਟ ਰਿਸਪੌਂਸਿਬਲ। ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਸਰਕਾਰ ਦੀਆਂ ਸ਼ਕਤੀਆਂ ਜਿਹੜੀਆਂ ਸੀਮਿਤ ਹੁੰਦੀਆਂ ਤੇ ਮੌਲਿਕ ਅਧਿਕਾਰ ਹੈ ਜਿਹੜੇ ਉਹ ਸਰਕਾਰ ਦੀਆਂ ਸ਼ਕਤੀਆਂ ਨੂੰ ਸੀਮਿਤ ਰੱਖਦੇ ਹੈ ਕਿਉਂਕਿ ਸਰਕਾਰ ਹੈ ਜਿਹੜੀ ਉਹ ਵੀ ਮੌਲਿਕ ਅਧਿਕਾਰਾਂ ਦਾ ਸਤਿਕਾਰ ਕਰਨ ਦੇ ਲਈ ਪਾਬੰਦ ਹੁੰਦੀ ਹੈ। ਨੰਬਰ 5 ਲਿਖਤੀ ਅਧਿਕਾਰ ਨਿਸ਼ਚਿਤਤਾ ਲਿਆਉਂਦੇ ਹਨ। ਰਿਟਨ ਰਾਈਟਸ ਬ੍ਰਿੰਗ ਸਰਟਨਟੀ। ਲੋਕਾਂ ਦੇ ਨਾਲ ਭਾਵੇਂ ਜ਼ੁਬਾਨੀ ਕਿੰਨੇ ਵੀ ਵਾਅਦੇ ਕਿਉਂ ਨਾ ਕੀਤੇ ਜਾਣ ਪਰ ਉਹਨਾਂ ਨੂੰ ਕਦੇ ਵੀ ਯਕੀਨ ਨਹੀਂ ਆਉਂਦਾ। ਇਸੇ ਕਰਕੇ ਜਿਹੜੇ ਇਹ ਵਾਅਦੇ ਸੀਗੇ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਜਦੋਂ ਇਹਨਾਂ ਨੂੰ ਲਿਖਿਆ ਜਾਂਦਾ ਤਾਂ ਉਸ ਸਮੇਂ ਇਹ ਜਿਹੜੇ ਅਧਿਕਾਰ ਜੋ ਉਹਨਾਂ ਨੂੰ ਦਿੱਤੇ ਗਏ ਸੀ ਉਹ ਯਕੀਨੀ ਬਣ ਗਏ ਸੀਗੇ। ਇਸੇ ਕਰਕੇ ਇਹਨਾਂ ਨੂੰ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ। ਨੰਬਰ 6 ਭਾਰਤੀਆਂ ਵਿੱਚ ਰਾਜਨੀਤਿਕ ਚੇਤਨਤਾ ਦੇ ਅਭਾਵ ਕਾਰਨ because of the lack of political consciousness among the Indians। ਅਧਿਕਾਰਾਂ ਦੇ ਮਾਨਣ ਦੇ ਲਈ ਸੂਝ-ਬੂਝ ਵਾਲੇ ਜਿਹੜੇ ਨਾਗਰਿਕ ਸੀ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਪਰੰਤੂ ਭਾਰਤ ਦੇ ਵਿੱਚ ਰਾਜਨੀਤਿਕ ਚੇਤਨਤਾਵਾਂ ਦੇ ਅਭਾਵ ਦੇ ਕਾਰਨ ਸੰਵਿਧਾਨ ਦੇ ਵਿੱਚ ਲਿਖਤੀ ਅਧਿਕਾਰਾਂ ਦੇ ਵਿਸਥਾਰ ਕਰਨਾ ਜ਼ਰੂਰੀ ਸਮਝਿਆ ਗਿਆ ਸੀ। ਨੰਬਰ 7 ਹੈ ਆਧੁਨਿਕ ਰੁਝਾਨ ਅਨੁਸਾਰ ਇਨ ਅਕੋਰਡੈਂਸ ਵਿਦ ਮਾਡਰਨ ਟ੍ਰੈਂਡ। ਨਾਗਰਿਕਾਂ ਦੇ ਲਈ ਅਧਿਕਾਰਾਂ ਦਾ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਜਾਣਾ ਇੱਕ ਚੰਗੇ ਸੰਵਿਧਾਨ ਦੀ ਵਿਸ਼ੇਸ਼ਤਾ ਸੀ ਤੇ ਅੱਜ ਲਗਭਗ ਵਿਸ਼ਵ ਦੇ ਸਾਰੇ ਜਿਹੜੇ ਸੰਵਿਧਾਨ ਆ ਉਹਨਾਂ ਦੇ ਵਿੱਚ ਨਾਗਰਿਕਾਂ ਦੇ ਅਧਿਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਤੇ ਭਾਰਤੀ ਸੰਵਿਧਾਨ ਨਿਰਮਾਤਾ ਸੀ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਨੂੰ ਬਣਾਇਆ ਸੀ ਉਹਨਾਂ ਨੇ ਵੀ ਅਧਿਕਾਰਾਂ ਨੂੰ ਸੰਵਿਧਾਨ ਦੇ ਵਿੱਚ ਸ਼ਾਮਿਲ ਕਰਨਾ ਜ਼ਰੂਰੀ ਸਮਝਿਆ ਸੀ। ਅੱਗੇ ਅਸੀਂ ਇਹਨਾਂ ਅਧਿਕਾਰਾਂ ਨੂੰ ਮੌਲਿਕ ਕਿਉਂ ਕਹਿੰਦੇ ਆ? ਵਾਈ ਡੂ ਵੀ ਕਾਲ ਥੀਸ ਰਾਈਟਸ
ਫੰਡਾਮੈਂਟਲ। ਅਸੀਂ ਆਪਣੇ ਸੰਵਿਧਾਨ ਦੇ ਵਿੱਚ ਜਿਹੜੇ ਅਧਿਕਾਰ ਸ਼ਾਮਲ ਕੀਤੇ ਗਏ ਉਹਨਾਂ ਨੂੰ ਮੌਲਿਕ ਅਧਿਕਾਰ ਕਿਉਂ ਕਹਿੰਦੇ ਆ? ਕਿਉਂਕਿ ਇਹ ਅਧਿਕਾਰ ਹੈ ਜਿਹੜੇ ਦੇਸ਼ ਦੇ ਸਰਵਉੱਚ ਕਾਨੂੰਨ ਸੰਵਿਧਾਨ ਦੇ ਵਿੱਚ ਸ਼ਾਮਲ ਹੈ। ਦੂਸਰਾ ਕਿ ਇਹ ਅਧਿਕਾਰ ਵਿਅਕਤੀ ਦੇ ਵਿਕਾਸ ਦੀ ਬੁਨਿਆਦ ਹਨ। ਤੀਸਰਾ, ਭਾਰਤ ਦੇ ਸਾਰੇ ਲੋਕ ਤੇ ਸਰਕਾਰੀ ਅਧਿਕਾਰੀ ਹੈ ਜਿਹੜੇ ਇਹਨਾਂ ਅਧਿਕਾਰਾਂ ਦਾ ਸਤਿਕਾਰ ਕਰਨ ਦੇ ਲਈ ਪਾਬੰਦ ਹੁੰਦੇ ਆ। ਅਗਲਾ ਕੁਐਸਚਨ ਬੇਟੇ ਇਹ ਪੇਪਰ ਦੇ ਵਿੱਚ ਆ ਸਕਦਾ ਹੈ, ਸਾਇਲੈਂਟ ਫੀਚਰਸ ਆਫ ਔਰ ਨੇਚਰ ਆਫ ਫੰਡਾਮੈਂਟਲ ਰਾਈਟਸ, ਮੌਲਿਕ ਅਧਿਕਾਰ ਦੀਆਂ ਵਿਸ਼ੇਸ਼ਤਾਵਾਂ ਜਾਂ ਸੁਭਾਅ। ਪਹਿਲੀ ਕੀ ਹੈ ਦੀ ਅਤੀ ਵਿਸਤ੍ਰਿਤ ਅਤੇ ਵਿਆਪਕ ਆਧਾਰ, ਮੋਸਟ ਡਿਟੇਲਡ ਐਂਡ ਕੰਪਰੀਹੈਂਸਿਵ ਰਾਈਟਸ। ਮੌਲਿਕ ਅਧਿਕਾਰਾਂ ਦੀ ਪਹਿਲੀ ਵਿਸ਼ੇਸ਼ਤਾ ਕਿਹੜੀ ਹੈ ਵੀ ਇਹ ਵਿਸ਼ਾਲ ਹੈ, ਵਿਆਪਕ ਹੈ ਤੇ ਸੰਵਿਧਾਨ ਦਾ ਜਿਹੜਾ ਤੀਜਾ ਅਧਿਆਇ ਆ ਉਹਦੀਆਂ ਜਿਹੜੀਆਂ 12 ਤੋਂ ਲੈ ਕੇ 35 ਤੱਕ ਧਾਰਾਵਾਂ ਨੇ ਉਹ ਸਾਰੀਆਂ ਇਹਨਾਂ ਅਧਿਕਾਰਾਂ ਦੇ ਨਾਲ ਹੀ ਸੰਬੰਧਿਤ ਹੈ ਤੇ ਜਿਹੜੇ ਇਹ ਅਧਿਕਾਰ ਨੇ ਇਹਨਾਂ ਨੂੰ 6 ਭਾਗਾਂ ਦੇ ਵਿੱਚ ਵੰਡਿਆ ਗਿਆ। ਸੈਕਿੰਡ ਕੀ ਹੈ, ਅਧਿਕਾਰ ਸਰਕਾਰ ਦੀ ਸ਼ਕਤੀ ਨੂੰ ਸੀਮਤ ਕਰਦੇ ਹਨ। ਰਾਈਟਸ ਲਿਮਿਟ ਦਾ ਅਥਾਰਟੀ ਆਫ ਦਾ ਗਵਰਨਮੈਂਟ। ਅਧਿਕਾਰ ਹੈ ਜਿਹੜੇ ਸੰਘੀ ਸਰਕਾਰ ਤੇ ਰਾਜਾਂ ਦੀ ਜਿਹੜੀ ਸਰਕਾਰ ਆ ਉਹਨਾਂ ਦੇ ਉੱਪਰ ਵੀ ਪਾਬੰਦੀ ਲਾਉਂਦੇ ਆ ਤੇ ਸੰਘੀ ਸੰਸਦ ਅਤੇ ਰਾਜ ਵਿਧਾਨ ਮੰਡਲ ਜਾਂ ਦੂਜੇ ਸਰਕਾਰੀ ਅਧਿਕਾਰੀ ਹੈ ਕੋਈ ਅਜਿਹਾ ਕਾਰਜ ਨਹੀਂ ਕਰਦੇ ਵੀ ਜਿਹੜਾ ਇਹਨਾਂ ਅਧਿਕਾਰਾਂ ਦੇ ਵਿਰੁੱਧ ਹੁੰਦਾ। ਨੰਬਰ 3 ਅਧਿਕਾਰ ਹੈ ਜਿਹੜੇ ਨਿਆਂਯੋਗ ਹੈ। ਰਾਈਟਸ ਆਰ ਜਸਟਿਸੇਬਲ। ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜੇ ਅਧਿਕਾਰ ਸ਼ਾਮਲ ਕੀਤੇ ਗਏ ਆ ਇਹਨਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਥੋਥੇ ਵਾਅਦੇ ਹੈ, ਪੂਰੇ ਨਹੀਂ ਕੀਤੇ ਜਾਣਗੇ ਜਾਂ ਸਿਰਫ ਇਹ ਸਜਾਵਟ ਦੇ ਚਿੰਨ੍ਹ ਹੈ। ਸਗੋਂ ਇਹਦੇ ਵਿੱਚ ਕੀ ਹੈ ਵੀ ਇਹ ਨਿਆਂਯੋਗ ਹੈ, ਇਹਦੇ ਵਿੱਚ ਨਿਆਂ ਹੁੰਦਾ ਤੇ ਨਾਗਰਿਕ ਹੈ ਜਿਹੜੇ ਇਹਨਾਂ ਨੂੰ ਅਦਾਲਤਾਂ ਦੁਆਰਾ ਵੀ ਲਾਗੂ ਕਰਵਾ ਸਕਦੇ ਆ। ਸੰਵਿਧਾਨ ਦੀ ਜਿਹੜੀ ਧਾਰਾ 32 ਆ ਉਹਦੇ ਵਿੱਚ ਕੀ ਹੈ ਵੀ ਨਾਗਰਿਕਾਂ ਨੂੰ ਸੰਵਿਧਾਨਿਕ ਉਪਾਵਾਂ ਦਾ ਅਧਿਕਾਰ ਵੀ ਪ੍ਰਦਾਨ ਕੀਤਾ ਗਿਆ ਹੈ ਤੇ ਅਦਾਲਤਾਂ ਜਿਹੜੀਆਂ ਉਹ ਅਧਿਕਾਰਾਂ ਦੀ ਰਾਖੀ ਲਈ ਆਦੇਸ਼ ਵੀ ਜਾਰੀ ਕਰ ਸਕਦੀਆਂ। ਨੰਬਰ 4 ਅਧਿਕਾਰ ਅਸੀਮਤ ਨਹੀਂ ਹਨ। ਰਾਈਟਸ ਆਰ ਨਾਟ ਐਬਸੋਲਿਊਟ। ਭਾਰਤ ਦੇ ਸੰਵਿਧਾਨ ਦੇ ਵਿੱਚ ਜਿੰਨੇ ਵੀ ਅਧਿਕਾਰ ਸ਼ਾਮਲ ਕੀਤੇ ਗਏ ਉਹ ਸਾਰੇ ਅਸੀਮਤ ਨਹੀਂ ਹੈ ਤੇ ਜਨਤਕ ਹਿੱਤਾਂ ਜਾਂ ਰਾਜ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਅਧਿਕਾਰ ਜਿਹੜੇ ਉਹਨਾਂ ਨੂੰ ਸੀਮਤ ਕੀਤਾ ਜਾ ਸਕਦਾ ਹੈ, ਵਾਪਸ ਲਏ ਜਾ ਸਕਦੇ ਆ, ਬਦਲੇ ਜਾ ਸਕਦੇ ਆ। ਅਧਿਕਾਰਾਂ ਦੇ ਨਾਲ ਨਾਲ ਸੰਵਿਧਾਨ ਦੇ ਵਿੱਚ ਜਿਹੜੀਆਂ ਪਾਬੰਦੀਆਂ ਜਾਂ ਰੋਕਾਂ ਲਗਾਈਆਂ ਜਾਂਦੀਆਂ ਉਹਨਾਂ ਦਾ ਵੀ ਵਰਣਨ ਕੀਤਾ ਗਿਆ ਤੇ ਇਸੇ ਕਰਕੇ ਕਈ ਲੋਕ ਜਿਹੜੇ ਅਧਿਕਾਰਾਂ ਦੇ ਅਧਿਆਇ ਨੂੰ ਰੋਕਾਂ ਦਾ ਅਧਿਆਇ ਵੀ ਕਹਿ ਦਿੰਦੇ ਆ। ਨੰਬਰ 5 ਅਧਿਕਾਰ ਨਾਗਰਿਕ ਅਤੇ ਵਿਦੇਸ਼ੀ ਵਿੱਚ ਅੰਤਰ ਕਰਦੇ ਹਨ। ਰਾਈਟਸ ਡਿਸਟਿੰਗੁਇਸ਼ ਬਿਟਵੀਨ ਅ ਸਿਟੀਜ਼ਨ ਐਂਡ ਐਨ ਅਲਨ। ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜੇ ਅਧਿਕਾਰ ਸ਼ਾਮਿਲ ਕੀਤੇ ਗਏ ਆ ਉਹ ਨਾਗਰਿਕਾਂ ਤੇ ਵਿਦੇਸ਼ੀ ਜਿਹੜੇ ਉਹਨਾਂ ਨੂੰ ਵੀ ਸਮਾਨ ਰੂਪ ਦੇ ਵਿੱਚ ਪ੍ਰਾਪਤ ਹੈ, ਬਰਾਬਰ ਹੈ ਸਾਰਿਆਂ ਵਾਸਤੇ ਜਿਹੜੇ ਅਧਿਕਾਰ ਹੈ। ਜਿਵੇਂ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਇਹ ਸਾਰਿਆਂ ਵਾਸਤੇ ਹੀ ਇੱਕੋ ਜਿਹੇ ਹੈ। ਪਰੰਤੂ ਕੁਝ ਅਧਿਕਾਰ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਕੇਵਲ ਨਾਗਰਿਕਾਂ ਨੂੰ ਹੀ ਦਿੱਤੇ ਜਾਂਦੇ ਆ, ਜਿਹੜੇ ਵਿਦੇਸ਼ੀ ਹੁੰਦੇ ਉਹਨਾਂ ਨੂੰ ਨਹੀਂ ਦਿੱਤੇ ਜਾਂਦੇ। ਜਿਵੇਂ ਸਰਵਜਨਕ ਸੇਵਾਵਾਂ ਵਿੱਚ ਮੌਕੇ ਜਿਹੜੇ ਉਹਨਾਂ ਦੀ ਸਮਾਨਤਾ, ਭਾਸ਼ਣ ਦੀ ਸੁਤੰਤਰਤਾ, ਸੰਘ ਬਣਾਉਣੀ, ਇਕੱਠੇ ਹੋਣ ਦੀ ਸੁਤੰਤਰਤਾ, ਭਾਰਤ ਦੇ ਕਿਸੇ ਵੀ ਭਾਗ ਦੇ ਵਿੱਚ ਘੁੰਮਣ ਫਿਰਨ ਦੀ ਸੁਤੰਤਰਤਾ। ਵੀ ਜਿਹੜੇ ਇਹ ਅਧਿਕਾਰ ਹੈ ਇਹ ਸਿਰਫ ਨਾਗਰਿਕਾਂ ਨੂੰ ਹੀ ਦਿੱਤੇ ਜਾ ਸਕਦੇ, ਜਿਹੜੇ ਵਿਦੇਸ਼ੀ ਆ ਉਹਨਾਂ ਨੂੰ ਨਹੀਂ। ਨੰਬਰ 6 ਮੌਲਿਕ ਅਧਿਕਾਰ ਸਾਰੇ ਨਾਗਰਿਕਾਂ ਲਈ ਸਮਾਨ ਹਨ। ਫੰਡਾਮੈਂਟਲ ਰਾਈਟਸ ਆਰ ਇਕੁਅਲ ਫॉर ਆਲ। ਮੌਲਿਕ ਅਧਿਕਾਰ ਹੈ ਜਿਹੜੇ ਉਹ ਭਾਰਤ ਦੇ ਜਿੰਨੇ ਵੀ ਨਾਗਰਿਕ ਆ ਉਹਨਾਂ ਸਾਰਿਆਂ ਦੇ ਵਾਸਤੇ ਬਰਾਬਰ ਹੈ, ਚਾਹੇ ਉਹ ਕਿਸੇ ਵੀ ਜਾਤੀ ਦੇ ਹੋਣ, ਕਿਸੇ ਰੰਗ ਦੇ ਹੋਣ, ਕਿਸੇ ਨਸਲ ਦੇ ਹੋਣ, ਤਾਂ ਕਿਸੇ ਵੀ ਧਰਮ ਦੇ ਹੋਣ। ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਵਿਤਕਰਾ ਜਿਹੜਾ ਉਹ ਨਹੀਂ ਕੀਤਾ ਜਾਂਦਾ ਤੇ ਸਰਕਾਰ ਹੈ ਜਿਹੜਾ ਇਹਨਾਂ ਤੇ ਯੋਗ ਪਾਬੰਦੀਆਂ ਲੰਬੇ ਸਮੇਂ ਨਾਗਰਿਕਾਂ ਦੇ ਵਿਚਕਾਰ ਵੀ ਕਿਸੇ ਤਰ੍ਹਾਂ ਦਾ ਕੋਈ ਭਿੰਨ ਭਾਵ ਜਿਹੜਾ ਉਹ ਨਹੀਂ ਕਰਦੀ। ਨੰਬਰ 7 ਨਕਾਰਾਤਮਕ ਤੇ ਸਕਾਰਾਤਮਕ ਅਧਿਕਾਰਾਂ ਦਾ ਮਿਸ਼ਰਣ। ਮਿਕਸਚਰ ਆਫ ਨੈਗੇਟਿਵ ਐਂਡ ਪੋਜ਼ਿਟਿਵ ਰਾਈਟਸ। ਨਕਾਰਾਤਮਕ ਅਧਿਕਾਰ ਕਿਹੜੇ ਹੁੰਦੇ ਆ ਵੀ ਜਿਹੜੇ ਵਿਅਕਤੀ ਅਤੇ ਰਾਜ ਦੇ ਉੱਪਰ ਕੁਝ ਰੋਕਾਂ ਲਗਾਉਂਦੇ ਆ। ਜਿਵੇਂ ਸੰਵਿਧਾਨ ਦੀ ਧਾਰਾ 18 ਆਬਾਦੀਆਂ ਪ੍ਰਾਪਤ ਕਰਨ ਤੇ ਪਾਬੰਦੀ ਲਗਾਉਂਦੀ ਹੈ ਤੇ ਇਹਦੇ ਉਲਟ ਜਿਹੜੇ ਸਕਾਰਾਤਮਕ ਅਧਿਕਾਰ ਪੋਜ਼ਿਟਿਵ ਜਿਹੜੇ ਰਾਈਟਸ ਆ ਉਹ ਕਿਹੜੇ ਹੁੰਦੇ ਆ ਵੀ ਜਿਹੜੇ ਕੁਝ ਕਰਨ ਦੀ ਸੁਤੰਤਰਤਾ ਪ੍ਰਦਾਨ ਕਰਦੇ ਆ। ਜਿਵੇਂ ਵਿਚਾਰਾਂ ਦੇ ਪ੍ਰਗਟਾਵੇ ਦੀ ਸੁਤੰਤਰਤਾ, ਘੁੰਮਣ ਫਿਰਨ ਦੀ ਸੁਤੰਤਰਤਾ, ਇਹ ਸਾਰੇ ਕੀ ਹੈ ਸਕਾਰਾਤਮਕ ਜਾਂ ਪੋਜ਼ਿਟਿਵ ਰਾਈਟਸ ਹੈ। ਉਸ ਅੱਗੇ ਨੰਬਰ 8 ਆਪਣਾ ਹੈਗਾ ਕੁਦਰਤੀ ਅਧਿਕਾਰਾਂ ਨੂੰ ਮਾਨਤਾ ਨਹੀਂ। ਨੋ ਰਿਕੋਗਨਾਈਜੇਸ਼ਨ ਟੂ ਨੈਚੁਰਲ ਰਾਈਟਸ। ਜੌਹਨ ਲਾਕ ਜਿਹੜਾ ਆਪਣਾ ਵਿਦਵਾਨ ਹੈ ਉਹਨਾਂ ਨੇ ਕੀ ਕਿਹਾ ਹੈ ਵੀ ਕੁਦਰਤੀ ਅਧਿਕਾਰਾਂ ਦੇ ਸਿਧਾਂਤ ਨੂੰ ਹਰਮਨ ਪਿਆਰਾ
ਕਿ ਮੰਨਿਆ ਜਾਂਦਾ ਹੈ ਤੇ ਉਹਨਾਂ ਦਾ ਵਿਚਾਰ ਕੀ ਹੈ ਵੀ ਜਿਹੜੇ ਅਧਿਕਾਰ ਆ ਉਹ ਪ੍ਰਕਿਰਤੀ ਤੋਂ ਹੀ ਪ੍ਰਾਪਤ ਹੁੰਦੇ ਆ ਤੇ ਇਹ ਸਾਨੂੰ ਰਾਜ ਕੋਲੋਂ ਕਦੇ ਵੀ ਪ੍ਰਾਪਤ ਨਹੀਂ ਹੋਏ ਤੇ ਜਿਹੜੇ ਸਾਡੇ ਸੰਵਿਧਾਨ ਦੇ ਅਨੁਸਾਰ ਇਸ ਵਿਚਾਰ ਨੂੰ ਸਵੀਕਾਰ ਨਹੀਂ ਕੀਤਾ ਗਿਆ ਕਿਉਂਕਿ ਅਸੀਂ ਕੇਵਲ ਉਹੀ ਅਧਿਕਾਰ ਮਾਣ ਸਕਦੇ ਹਾਂ ਜਿਹੜੇ ਸੰਵਿਧਾਨ ਦੇ ਵਿੱਚ ਸ਼ਾਮਲ ਨੇ। ਨੰਬਰ 9 ਅਧਿਕਾਰ ਸੰਕਟ ਕਾਲ ਦੇ ਵਿੱਚ ਮੁਅੱਤਲ ਕੀਤੇ ਜਾ ਸਕਦੇ ਆ। ਰਾਈਟਸ ਕੈਨ ਬੀ ਸਸਪੈਂਡਡ ਡਿਊਰਿੰਗ ਐਮਰਜੈਂਸੀ। ਸੰਕਟ ਕਾਲ ਸਥਿਤੀ ਦੇ ਵਿੱਚ ਜਿਹੜੇ ਸਾਡੇ ਅਧਿਕਾਰ ਨੇ ਉਹਨਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ, ਸਸਪੈਂਡ ਕੀਤਾ ਜਾ ਸਕਦਾ ਹੈ ਤੇ ਅਸੀਂ ਇਹਨਾਂ ਦੀ ਪ੍ਰਾਪਤੀ ਵਾਸਤੇ ਅਦਾਲਤਾਂ ਦਾ ਆਸਰਾ ਵੀ ਨਹੀਂ ਲੈ ਸਕਦੇਗੇ। ਜਿਵੇਂ ਸੰਵਿਧਾਨ ਦੀ ਧਾਰਾ 352 ਉਹਦੇ ਅਧੀਨ ਰਾਸ਼ਟਰੀ ਸੰਕਟਕਾਲੀਨ ਦਾ ਐਲਾਨ ਜੇ ਹੋ ਜੇ ਤਾਂ ਧਾਰਾ 19 ਦੇ ਵਿੱਚ ਸ਼ਾਮਲ 6 ਪ੍ਰਕਾਰ ਦੀਆਂ ਸੁਤੰਤਰਤਾਵਾਂ ਜਿਹੜੀਆਂ ਉਹ ਵੀ ਮੁਅੱਤਲ ਹੋ ਜਾਂਦੀਆਂ। ਪਰੰਤੂ ਸੰਵਿਧਾਨ ਦੀ ਜਿਹੜੀ 44ਵੀਂ ਸੋਧ ਹੋਈ ਸੀ ਉਹਦੇ ਵਿੱਚ ਕੀ ਵਿਵਸਥਾ ਕੀਤੀ ਗਈ ਸੀ ਵੀ ਸੰਕਟ ਕਾਲ ਦੇ ਦੌਰਾਨ ਸੰਵਿਧਾਨ ਦੀ ਧਾਰਾ ਜਿਹੜੀ 21 ਆ ਉਹਦੇ ਵਿੱਚ ਸ਼ਾਮਲ ਜੀਵਨ ਤੇ ਨਿੱਜੀ ਸੁਤੰਤਰਤਾ ਦੇ ਅਧਿਕਾਰ ਤੋਂ ਨਾਗਰਿਕਾਂ ਨੂੰ ਵਾਂਝਾ ਨਹੀਂ ਕੀਤਾ ਜਾ ਸਕਦਾ। ਨੰਬਰ 10 ਸੰਸਦ ਮੌਲਿਕ ਅਧਿਕਾਰਾਂ ਨੂੰ ਸੋਧ ਸਕਦੀ ਹੈ। ਪਾਰਲੀਮੈਂਟ ਕੈਨ ਅਮੈਂਡ ਫੰਡਾਮੈਂਟਲ ਰਾਈਟਸ। ਅਮੈਂਡ ਹੁੰਦਾ ਬੇਟੇ ਸੋਧ ਕਰਨਾ। 1967 ਦੇ ਵਿੱਚ ਸੁਪਰੀਮ ਕੋਰਟ ਨੇ ਗੋਲਕਨਾਥ ਦਾ ਜਿਹੜਾ ਮੁਕੱਦਮਾ ਸੀਗਾ ਉਹਦਾ ਜਦੋਂ ਫੈਸਲਾ ਸੁਣਾਇਆ ਸੀ ਤਾਂ ਉਹਦੇ ਵਿੱਚ ਸੰਸਦ ਦੇ ਕੀ ਕਿਹਾ ਸੀ ਵੀ ਸੰਸਦ ਹੈ ਜਿਹੜੀ ਉਹ ਮੌਲਿਕ ਅਧਿਕਾਰਾਂ ਦੇ ਵਿੱਚ ਕੋਈ ਵੀ ਸੋਧ ਨਹੀਂ ਕਰ ਸਕਦੀ ਤੇ ਅਪ੍ਰੈਲ 1971 ਦੇ ਵਿੱਚ ਸੰਵਿਧਾਨ ਨੇ ਜਦੋਂ 24ਵੀਂ ਸੋਧ ਕੀਤੀ ਸੀ ਉਹਦੇ ਵਿੱਚ ਲਿਖਿਆ ਸੀ ਵੀ ਸੰਸਦ ਨੇ ਜਿਹੜਾ ਇਹ ਪਹਿਲਾਂ ਅਧਿਕਾਰ ਸੀ ਵੀ ਸੋਧ ਨਹੀਂ ਹੋ ਸਕਦੀ ਉਸ ਨੂੰ ਵਾਪਸ ਲੈ ਲਿਆ ਤੇ ਅਪ੍ਰੈਲ 1973 ਦੇ ਵਿੱਚ ਕੇਸ਼ਵਾਨੰਦ ਭਾਰਤੀ ਮੁਕੱਦਮੇ ਦਾ ਜਦੋਂ ਉਹਨਾਂ ਨੇ ਫੈਸਲਾ ਸੁਣਾਇਆ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਸੁਪਰੀਮ ਕੋਰਟ ਨੇ ਸੰਸਦ ਦੇ ਜਿਹੜੇ ਮੌਲਿਕ ਅਧਿਕਾਰਾਂ ਦੇ ਵਿੱਚ ਸੋਧ ਕਰਨ ਦਾ ਜਿਹੜਾ ਅਧਿਕਾਰ ਹੈ ਉਸ ਨੂੰ ਸਵੀਕਾਰ ਕਰ ਲਿਆ ਤੇ ਜਿਹੜੇ ਸੰਸਦ ਦੇ ਦੋਹੇ ਸਦਨ ਸੀਗੇ ਦੋਵੇਂ ਸਦਨ ਲੋਕ ਸਭਾ ਰਾਜ ਸਭਾ ਉਹਦੇ ਵਿੱਚ ਕੀ ਹੈ ਵੀ 2/3 ਬਹੁਤ ਸੰਮਤੀ ਦੇ ਨਾਲ ਮੌਲਿਕ ਅਧਿਕਾਰਾਂ ਦੇ ਵਿੱਚ ਕੋਈ ਵੀ ਸੋਧ ਹੈ ਜਿਹੜੀ ਉਹ ਹੋ ਸਕਦੀ ਹੈ। ਨੰਬਰ 11 ਆਪਣਾ ਹੈਗਾ ਸੰਸਦ ਸੁਰੱਖਿਆ ਫੌਜਾਂ ਬਾਰੇ ਮੌਲਿਕ ਅਧਿਕਾਰ ਸੀਮਤ ਕਰ ਸਕਦੀ ਹੈ। ਪਾਰਲੀਮੈਂਟ ਕੈਨ ਰਿਸਟ੍ਰਿਕਟ ਫੰਡਾਮੈਂਟਲ ਰਾਈਟਸ ਫॉर ਸਿਕਿਉਰਿਟੀ ਫੋਰਸਿਸ। ਸੰਵਿਧਾਨ ਵਿੱਚ ਵੀ ਇਹ ਵੀ ਵਿਵਸਥਾ ਕੀਤੀ ਗਈ ਹੈ ਵੀ ਸੰਸਦ ਹੈ ਜਿਹੜੀ ਉਹ ਹਥਿਆਰਬੰਦ ਫੌਜਾਂ ਤੇ ਦੇਸ਼ ਦੇ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਵਾਲੀਆਂ ਬਾਕੀ ਸ਼ਕਤੀਆਂ ਵਿੱਚ ਅਨੁਸ਼ਾਸਨ ਬਣਾਈ ਰੱਖਣ ਦੇ ਉਦੇਸ਼ ਨੂੰ ਮੁੱਖ ਰੱਖ ਕੇ ਮੌਲਿਕ ਅਧਿਕਾਰ ਹੈ ਜਿਹੜੇ ਉਹਨਾਂ ਨੂੰ ਸੀਮਤ ਕਰ ਸਕਦੀ ਹੈ। 12 ਮੌਲਿਕ ਅਧਿਕਾਰ ਸਾਡੀਆਂ ਸਮਾਜਿਕ ਸਥਿਤੀਆਂ ਅਨੁਸਾਰ ਹਨ। ਫੰਡਾਮੈਂਟਲ ਰਾਈਟਸ ਆਰ ਇਨ ਕਨਫਰਮਿਟੀ ਵਿਦ ਆਵਰ ਸੋਸ਼ਲ ਕੰਡੀਸ਼ਨਸ। ਮੌਲਿਕ ਅਧਿਕਾਰ ਹੈ ਜਿਹੜੇ ਦੇਸ਼ ਦੀਆਂ ਜਿਹੜੀਆਂ ਸਮਾਜਿਕ ਸਥਿਤੀਆਂ ਨੇ ਉਹਨਾਂ ਦੇ ਅਨੁਕੂਲ ਬਣਾਏ ਗਏ ਹੈ ਤੇ ਦੇਸ਼ ਦੇ ਵਿੱਚੋਂ ਛੂਤ ਛਾਤ ਬੇਗਾਰ ਇਹ ਸਭ ਕੁਝ ਖਤਮ ਕਰਨ ਦੇ ਵਾਸਤੇ ਪਛੜੀਆਂ ਜਾਤੀਆਂ ਜਿਹੜੀਆਂ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਇਹਨਾਂ ਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਹੈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਆ। 13 ਅਧਿਕਾਰਾਂ ਦਾ ਵਰਗੀਕਰਨ ਕਲਾਸੀਫਿਕੇਸ਼ਨ ਆਫ ਰਾਈਟਸ। ਭਾਰਤੀ ਸੰਵਿਧਾਨ ਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਸ਼ਾਮਿਲ ਕੀਤੇ ਗਏ ਆ ਉਹਨਾਂ ਦੇ ਵਿੱਚ ਵੱਖ-ਵੱਖ ਸ਼੍ਰੇਣੀਆਂ ਜਿਹੜੀਆਂ ਉਹਨਾਂ ਦਾ ਵੀ ਵਰਗੀਕਰਨ ਕੀਤਾ ਗਿਆ ਤੇ ਹਰ ਅਧਿਕਾਰ ਦਾ ਜਿਹੜਾ ਅੱਗੇ ਉਪ ਵਰਗੀਕਰਨ ਵੀ ਕੀਤਾ ਗਿਆ। ਅੱਜ ਜਿਹੜਾ ਸੰਵਿਧਾਨ ਦੇ ਵਿੱਚ ਸ਼ਾਮਿਲ ਆਪਣੇ ਮੌਲਿਕ ਅਧਿਕਾਰ ਆ ਉਹਨਾਂ ਨੂੰ 6 ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ ਤੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਅੱਗੇ ਫਿਰ ਉਹਨਾਂ ਦੀਆਂ ਉਪ ਸ਼੍ਰੇਣੀਆਂ ਵੀ ਬਣਾਈਆਂ ਗਈਆਂ। 14 ਅਧਿਕਾਰਾਂ ਨਾਲ ਕਰਤੱਵਾਂ ਦਾ ਵਰਣਨ ਮੈਂਸ਼ਨ ਆਫ ਡਿਊਟੀਜ਼ ਅਲੋਂਗ ਵਿਦ ਰਾਈਟਸ। ਸਾਡੇ ਜਿਹੜੇ ਮੌਲਿਕ ਅਧਿਕਾਰ ਹੈ ਸਾਡੇ ਮੌਲਿਕ ਅਧਿਕਾਰ ਜਿਹੜੇ ਉਹਨਾਂ ਨੂੰ ਸੰਵਿਧਾਨ ਦੇ ਵਿੱਚ ਜੋ ਸ਼ਾਮਿਲ ਕੀਤਾ ਗਿਆ ਸੀ ਤਾਂ ਨਾਲ ਉਹਨਾਂ ਦੇ ਸੰਵਿਧਾਨ ਦੇ ਵਿੱਚ ਕਰਤੱਵ ਸੀ ਜਿਹੜੇ ਉਹਨਾਂ ਦਾ ਵਰਣਨ ਨਹੀਂ ਕੀਤਾ ਗਿਆ ਸੀ। ਪਰੰਤੂ ਜਦੋਂ 42ਵੀਂ ਸੋਧ ਹੋਈ ਸੀਗੀ ਉਹਦੇ ਵਿੱਚ ਜਿਹੜਾ ਚੌਥਾ ਅਧਿਆਇ ਸੀਗਾ ਉਹਦੇ 51 ਧਾਰਾ ਦੇ ਵਿੱਚ ਨਾਗਰਿਕਾਂ ਦੇ ਜਿਹੜੇ 11 ਕਰਤੱਵ ਸੀਗੇ ਫੰਡਾਮੈਂਟਲ ਡਿਊਟੀ ਸੀ ਜਿਹੜੀਆਂ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਉਸ ਤੋਂ ਅੱਗੇ ਆਪਣਾ ਹੈਗਾ ਕਿ ਮੌਲਿਕ ਅਧਿਕਾਰ ਅਸੀਮਤ ਹਨ ਆਰ ਫੰਡਾਮੈਂਟਲ ਰਾਈਟਸ ਐਬਸੋਲਿਊਟ। ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਸ਼ਾਮਿਲ ਕੀਤੇ ਗਏ ਹੈ ਉਹ ਅਸੀਮਤ ਨਹੀਂ ਹਨ। ਕਿਉਂ ਅਸੀਮਤ ਨਹੀਂ ਹੈ? ਫਸਟ ਪੁਆਇੰਟ ਹੈਗਾ ਆਪਣਾ ਸੰਵਿਧਾਨ ਵਿੱਚ ਰੋਕਾਂ ਦਾ ਵਰਣਨ ਮੈਂਸ਼ਨ ਆਫ ਲਿਮਿਟੇਸ਼ਨਸ ਇਨ ਦਾ ਕਨਸਟੀਟਿਊਸ਼ਨ। ਮੌਲਿਕ ਅਧਿਕਾਰਾਂ ਦੇ ਨਾਲ ਨਾਲ ਇਹਨਾਂ ਦੇ ਉੱਪਰ ਜਿਹੜੀਆਂ ਰੋਕਾਂ ਲਗਾਈਆਂ ਗਈਆਂ ਉਹਨਾਂ ਦਾ ਵੀ ਵਰਣਨ ਕੀਤਾ ਗਿਆ ਤੇ ਕੁਝ ਜਿਹੜੇ ਆਲੋਚਕ ਹੈ ਜਿਹੜੇ ਕ੍ਰਿਟੀਸਾਈਜ਼ ਕਰਦੇ ਆ ਉਹ ਕੀ ਕਹਿੰਦੇ ਆ ਵੀ ਇਹਨਾਂ ਅਧਿਕਾਰਾਂ ਦਾ ਅਧਿਆਇ ਕਹਿਣ ਦੀ ਬਜਾਏ ਇਸ ਨੂੰ ਰੋਕਾਂ ਦਾ ਅਧਿਆਇ ਕਹਿਣਾ ਠੀਕ ਹੈ। ਸੈਕਿੰਡ ਸੰਸਦ ਮੌਲਿਕ ਅਧਿਕਾਰਾਂ ਨੂੰ ਸੋਧ ਸਕਦੀ ਹੈ। ਪਾਰਲੀਮੈਂਟ ਕੈਨ ਅਮੈਂਡ ਫੰਡਾਮੈਂਟਲ ਰਾਈਟਸ। ਸੰਸਦ ਸੰਵਿਧਾਨਿਕ ਸੋਧ ਰਾਹੀਂ ਮੌਲਿਕ ਅਧਿਕਾਰਾਂ ਵਿੱਚ ਕੋਈ ਵੀ ਸੋਧ ਕਰ ਸਕਦੀ ਹੈ ਤੇ ਇਸ ਨੂੰ ਸੀਮਤ ਕਰ ਸਕਦੀ ਹੈ। ਜਿਵੇਂ 44ਵੀਂ ਸੋਧ ਦੇ ਅਨੁਸਾਰ ਕਿਸੇ ਸੰਪत्ति ਦਾ ਜਿਹੜਾ ਅਧਿਕਾਰ ਸੀ
ਉਹਨਾਂ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ਦੇ ਵਿੱਚੋਂ ਕੱਢ ਕੇ ਕਾਨੂੰਨੀ ਅਧਿਕਾਰ ਜਿਹੜਾ ਬਣਾਇਆ ਗਿਆ। ਇਸੇ ਤਰ੍ਹਾਂ ਹੀ ਸੰਸਦ ਮੌਲਿਕ ਅਧਿਕਾਰਾਂ ਦੇ ਵਿੱਚ ਕਈ ਪਰਿਵਰਤਨ ਜਿਹੜੇ ਉਹ ਕਿਸੇ ਸਮੇਂ ਵੀ ਕਰ ਸਕਦੀ ਹੈ। ਥਰਡ ਪੁਆਇੰਟ ਆਪਣਾ ਹੈਗਾ ਸੰਕਟ ਕਾਲ ਵਿੱਚ ਅਧਿਕਾਰ ਮੁਅੱਤਲ ਕੀਤੇ ਜਾ ਸਕਦੇ ਹਨ। ਰਾਈਟਸ ਕੈਨ ਬੀ ਸਸਪੈਂਡਡ ਡਿਊਰਿੰਗ ਐਮਰਜੈਂਸੀ। ਸੰਵਿਧਾਨ ਦੀ ਧਾਰਾ ਜਿਹੜੀ 352 ਆ ਉਹਦੇ ਅਧੀਨ ਪਹਿਲੀ ਪ੍ਰਕਾਰ ਦੇ ਜਿਹੜੇ ਸੰਕਟ ਕਾਲ ਸੀਗਾ ਉਹਦਾ ਜਦੋਂ ਐਲਾਨ ਕੀਤਾ ਗਿਆ ਸੀ ਤਾਂ ਉਸ ਤੋਂ ਪਿੱਛੋਂ ਸੰਵਿਧਾਨ ਦੀ ਧਾਰਾ 19 ਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਸ਼ਾਮਲ ਕੀਤੇ ਸੀਗੇ ਉਹ ਸਾਰੇ ਮੁਅੱਤਲ ਹੋ ਜਾਂਦੇ ਆ ਤੇ ਰਾਸ਼ਟਰਪਤੀ ਜਿਹੜਾ ਇੱਕ ਵੱਖਰਾ ਐਲਾਨ ਜਾਰੀ ਕਰਦਾ ਹੈ ਜਿਹਦੇ ਵਿੱਚ ਬਾਕੀ ਅਧਿਕਾਰ ਜਿਹੜੇ ਉਹਨਾਂ ਨੂੰ ਵੀ ਉਹ ਸੀਮਤ ਕਰ ਸਕਦਾ ਹੈ। ਉਸ ਤੋਂ ਅਗਲਾ ਪੁਆਇੰਟ ਆਪਣਾ ਹੈਗਾ ਫੋਰਥ, ਅਸੀਂ ਕੇਵਲ ਸੰਵਿਧਾਨ ਵਿੱਚ ਸ਼ਾਮਲ ਮੌਲਿਕ ਅਧਿਕਾਰ ਹੀ ਮਾਣ ਸਕਦੇ ਹਾਂ। ਵੀ ਕੈਨ ਇੰਜੋਏ ਓਨਲੀ ਦਾ ਰਾਈਟਸ ਇਨਕਲੂਡਡ ਇਨਟੂ ਦਾ ਕਨਸਟੀਟਿਊਸ਼ਨ। ਵੀ ਅਸੀਂ ਕੇਵਲ ਸੰਵਿਧਾਨ ਦਾ ਜਿਹੜਾ ਤੀਜਾ ਅਧਿਆਇ ਆ ਉਹਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਸ਼ਾਮਲ ਕੀਤੇ ਗਏ ਉਹਨਾਂ ਨੂੰ ਹੀ ਮਾਣ ਸਕਦੇ ਹਾਂ ਤੇ ਇਹਦਾ ਅਰਥ ਇਹ ਹੈ ਵੀ ਮੌਲਿਕ ਅਧਿਕਾਰ ਆਪਣੇ ਆਪ ਵਿੱਚ ਹੀ ਰੋਕ ਹਨ। ਉਸ ਤੋਂ ਅੱਗੇ ਆਪਾਂ ਜਿਹੜੇ ਪੜ੍ਹਨਾ ਹੈਗਾ ਕੁਐਸਚਨ ਜਿਹੜਾ ਪੇਪਰ ਦੇ ਵਿੱਚ ਆ ਸਕਦਾ ਹੈ, ਫੰਡਾਮੈਂਟਲ ਰਾਈਟਸ ਇਨਕਲੂਡਡ ਇਨ ਇੰਡੀਅਨ ਕਨਸਟੀਟਿਊਸ਼ਨ। ਭਾਰਤੀ ਸੰਵਿਧਾਨ ਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਸ਼ਾਮਲ ਕੀਤੇ ਗਏ ਆ ਉਹਨਾਂ ਬਾਰੇ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਵੀ 6 ਮੌਲਿਕ ਅਧਿਕਾਰ ਹੈ ਜਿਹੜੇ ਆਪਣੀ ਕਨਸਟੀਟਿਊਸ਼ਨ ਦੇ ਵਿੱਚ ਸ਼ਾਮਲ ਕੀਤੇ ਗਏ ਆ। ਸਭ ਤੋਂ ਪਹਿਲਾਂ ਕਿਹੜਾ ਹੈ ਸਮਾਨਤਾ ਦਾ ਅਧਿਕਾਰ, ਰਾਈਟ ਟੂ ਇਕੁਐਲਿਟੀ। ਇਹ ਹੈਗਾ ਆਪਣੇ ਧਾਰਾ 14 ਤੋਂ 18 ਦੇ ਵਿੱਚ। ਅੱਗੇ ਸੁਤੰਤਰਤਾ ਦਾ ਅਧਿਕਾਰ, ਇਹ ਹੈਗਾ ਰਾਈਟ ਟੂ ਫਰੀडम 19 to 22। ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਰਾਈਟ ਅਗੇਂਸਟ ਐਕਸਪਲੋਇਟੇਸ਼ਨ 23 ਤੇ 24। ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਰਾਈਟ ਟੂ ਰਿਲੀਜੀਅਸ ਫਰੀडम 25 to 28। ਸੱਭਿਆਚਾਰਕ ਅਤੇ ਵਿਦਿਅਕ ਆਧਾਰ, ਕਲਚਰਲ ਐਂਡ ਐਜੂਕੇਸ਼ਨਲ ਰਾਈਟਸ 29 30। ਸੰਵਿਧਾਨਿਕ ਉਪਾਵਾਂ ਦਾ ਅਧਿਕਾਰ, ਰਾਈਟ ਟੂ ਕਨਸਟੀਟਿਊਸ਼ਨ ਰੈਮਡੀਜ਼ 32। ਇਹਨਾਂ ਬਾਰੇ ਆਪਾਂ ਸਾਰਿਆਂ ਦੀ ਅੱਗੇ ਡਿਟੇਲ ਦੇ ਵਿੱਚ ਪੜਾਂਗੇ। ਇਸ ਤੋਂ ਅੱਗੇ ਵੀ ਜਿਹੜੀਆਂ ਇਹ ਸ਼੍ਰੇਣੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਵੰਡਿਆ ਗਿਆ, ਅੱਗੇ ਇਹਨਾਂ ਦੀਆਂ ਉਪ ਸ਼੍ਰੇਣੀਆਂ ਵੀ, ਸਬ ਪਾਰਟਸ ਵੀ ਹੈ। ਪਹਿਲਾ ਆਪਣਾ ਹੈਗਾ ਸਮਾਨਤਾ ਦਾ ਅਧਿਕਾਰ, ਧਾਰਾ 14 ਤੋਂ 18, ਰਾਈਟ ਟੂ ਇਕੁਐਲਿਟੀ ਆਰਟੀਕਲ 14 to 18। ਇਹਦੇ ਸੰਵਿਧਾਨ ਦੀ ਜਿਹੜੀ ਧਾਰਾ 14 ਤੋਂ ਲੈ ਕੇ ਆਰਟੀਕਲ 14 to 18 ਇਹਦੇ ਵਿੱਚ ਜਿਹੜੇ ਸਮਾਨਤਾ ਦੇ ਅਧਿਕਾਰ ਦਿੱਤੇ ਗਏ ਆ ਉਹਨਾਂ ਬਾਰੇ ਆਪਾਂ ਪੜਾਂਗੇ। ਪਹਿਲਾ ਹੈਗਾ ਕਾਨੂੰਨ ਸਾਹਮਣੇ ਸਮਾਨਤਾ, ਇਕੁਐਲਿਟੀ ਬਿਫੋਰ ਲਾ। ਸੰਵਿਧਾਨ ਦੀ ਜਿਹੜੀ ਧਾਰਾ 14 ਹੈ ਉਹਦੇ ਵਿੱਚ ਕੀ ਹੈ ਵੀ ਕੋਈ ਹਰ ਵਿਅਕਤੀ ਜਿਹੜੇ ਉਹਨਾਂ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ ਵੀ ਕਾਨੂੰਨ ਹੈ ਜਿਹੜਾ ਕਿਸੇ ਵੀ ਵਿਅਕਤੀ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵੀ ਵਿਤਕਰਾ ਨਹੀਂ ਕਰੇਗਾ ਤੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਸਾਰੇ ਵਿਅਕਤੀ ਜਿਹੜੇ ਬਰਾਬਰ ਹੋਣਗੇ। ਤੇ ਧਾਰਾ 14 ਹੈ ਜਿਹੜੀ ਉਹ ਸਾਡੇ ਦੇਸ਼ ਦੇ ਵਿੱਚ ਕਾਨੂੰਨ ਦੇ ਸ਼ਾਸਨ ਦੀ ਬੁਨਿਆਦ ਰੱਖਦੀ ਹੈ। ਸੈਕਿੰਡ ਹੈ ਭੇਦਭਾਵ ਦੀ ਮਨਾਹੀ, ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ। ਸੰਵਿਧਾਨ ਦੀ ਧਾਰਾ 15 ਹੈ ਉਹਦੇ ਵਿੱਚ ਕੀ ਹੈ ਵੀ ਰਾਜ ਕਿਸੇ ਵੀ ਵਿਅਕਤੀ ਦੇ ਨਾਲ ਜਾਤ ਪਾਤ, ਛੂਤ ਛਾਤ, ਰੰਗ ਧਰਮ, ਨਸਲ ਜਾਂ ਉਹਦੇ ਜਨਮ ਸਥਾਨ, ਲਿੰਗ ਜਾਂ ਵੰਸ਼ ਦੇ ਤੌਰ ਤੇ ਕਿਸੇ ਤਰੀਕੇ ਦਾ ਕੋਈ ਵੀ ਵਿਤਕਰਾ ਨਹੀਂ ਕਰੇਗਾ। ਕਿਸੇ ਵੀ ਵਿਅਕਤੀ ਦੇ ਉੱਪਰ ਖੂਹ, ਤਲਾਬ, ਘਾਟ, ਸੜਕਾਂ, ਹੋਟਲਾਂ ਜਾਂ ਇਹ ਜਿਹੜੀ ਉਹਨਾਂ ਦੀਆਂ ਸਰਵਜਨਕ ਸਥਾਨਾਂ ਉਹਨਾਂ ਦੇ ਉੱਤੇ ਆਉਣ ਜਾਣ ਦੀ ਕੋਈ ਵੀ ਪਾਬੰਦੀ ਨਹੀਂ ਲਗਾਵੇਗਾ। ਤੇ ਪਰ ਧਾਰਾ 15 ਹੈ ਜਿਹੜੀ ਉਹਦੇ ਵਿੱਚ ਕੀ ਹੈ ਵੀ ਰਾਜ ਜਿਹੜਾ ਉਹ ਬੱਚਿਆਂ, ਇਸਤਰੀਆਂ ਤੇ ਸਮਾਜਿਕ ਦ੍ਰਿਸ਼ਟੀ ਤੋਂ ਜਿਹੜੇ ਪਛੜੇ ਹੋਏ ਲੋਕ ਨੇ ਉਹਨਾਂ ਦੀ ਸਮਾਜਿਕ ਤੇ ਆਰਥਿਕ ਦਸ਼ਾ ਸੁਧਾਰਨ ਦਾ ਵੀ ਪ੍ਰਬੰਧ ਕਰੇਗਾ। ਤੀਸਰਾ ਹੈਗਾ ਸਰਵਜਨਕ ਨੌਕਰੀਆਂ ਲਈ ਬਰਾਬਰ ਮੌਕੇ, ਇਕੁਅਲ ਅਪਰਚੁਨਿਟੀਜ਼ ਇਨ ਪਬਲਿਕ ਅਪਾਇੰਟਮੈਂਟਸ। ਸੰਵਿਧਾਨ ਦੀ ਜਿਹੜੀ ਧਾਰਾ 16 ਉਹਦੇ ਵਿੱਚ ਕੀ ਲਿਖਿਆ ਗਿਆ ਵੀ ਭਾਰਤ ਦੇ ਜਿੰਨੇ ਵੀ ਨਾਗਰਿਕ ਆ ਉਹਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦੇ ਬਰਾਬਰ ਮੌਕੇ ਦਿੱਤੇ ਜਾਣਗੇ। ਸਰਕਾਰ ਹੈ ਜਿਹੜੀ ਉਹ ਸਰਕਾਰੀ ਨੌਕਰੀਆਂ ਤੇ ਜਦੋਂ ਨਿਯੁਕਤੀਆਂ ਕਰਦੀ ਆ ਤਾਂ ਉਸ ਸਮੇਂ ਧਰਮ, ਰੰਗ, ਨਸਲ ਤੇ ਜਾਂ ਜਾਤ ਦੇ ਆਧਾਰ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਵਿਤਕਰਾ ਨਹੀਂ ਕਰੇਗੀ ਤੇ ਸਰਕਾਰ ਨਿਯੁਕਤੀਆਂ ਕਰਨ ਲਈ ਯੋਗਤਾਵਾਂ ਵੀ ਨਿਸ਼ਚਿਤ ਕਰ ਸਕਦੀ ਹੈ। ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਦੇ ਲਈ ਸਰਕਾਰੀ ਨੌਕਰੀਆਂ ਵਿੱਚ ਵੀ ਕੁਝ ਸੀਟਾਂ ਜਿਹੜੀਆਂ ਰਾਖਵੀਆਂ ਰੱਖ ਸਕਦੀ ਹੈ। ਨੰਬਰ 4 ਹੈ ਛੂਤ ਛਾਤ ਦਾ ਖਾਤਮਾ, ਓਬਲਾਈਸ਼ਨ ਆਫ ਅਨਟਚੇਬਿਲਿਟੀ। ਸੰਵਿਧਾਨ ਦੀ ਧਾਰਾ 17 ਹੈ ਉਹਦੇ ਵਿੱਚ ਕੀ ਲਿਖਿਆ ਹੋਇਆ ਵੀ ਛੂਤ ਛਾਤ ਦੀ ਜਿਹੜੀ ਸਦੀਆਂ ਤੋਂ ਚੱਲੀ ਆ ਰਹੀ ਇੱਕ ਸਮਾਜਿਕ ਬੁਰਾਈ ਹੈ ਉਸਨੂੰ ਵੀ ਖਤਮ ਕਰ ਦਿੱਤਾ ਗਿਆ ਤੇ ਛੂਤ ਛਾਤ ਜਿਹੜਾ ਉਸਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ। ਅੱਜ ਕਿਸੇ ਨੂੰ ਵੀ ਅਛੂਤ ਕਹਿਣਾ ਜਾਂ ਅਛੂਤ ਸਮਝਣਾ ਇੱਕ ਅਪਰਾਧ, ਕਾਨੂੰਨੀ ਅਪਰਾਧ ਬਣ ਗਿਆ ਤੇ ਜੇਕਰ ਕੋਈ ਵੀ ਵਿਅਕਤੀ ਇਸ ਤਰ੍ਹਾਂ ਕਰਦਾ ਤਾਂ ਉਸਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਉਸ ਅੱਗੇ ਨਾਗਰਿਕ ਅਧਿਕਾਰ ਸੁਰੱਖਿਆ ਕਾਨੂੰਨ 1976।
प्रोटेक्शन ऑफ सिविल राइट्स एक्ट 1976 संसद ने छूतछात ਨੂੰ ਅਮਲ ਦੇ ਵਿੱਚ ਲਿਆਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਪਹਿਲਾਂ 1955 ਦੇ ਵਿੱਚ ਇੱਕ ਛੂਤਛਾਤ ਅਪਰਾਧ ਕਾਨੂੰਨ ਅਨਟਚੇਬਿਲਟੀ ਆਫੈਂਸ ਐਕਟ 1955 ਇਹ ਪਾਸ ਕੀਤਾ ਸੀਗਾ ਤੇ 1976 ਦੇ ਵਿੱਚ ਇਹਦਾ ਨਾਮ ਬਦਲ ਕੇ ਉਹਨਾਂ ਨੇ ਨਾਗਰਿਕ ਅਧਿਕਾਰ ਸੁਰੱਖਿਆ ਕਾਨੂੰਨ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਐਕਟ ਰੱਖ ਦਿੱਤਾ ਤੇ ਇਹਦੇ ਵਿੱਚ ਕੀ ਹੈ ਵੀ ਕਾਨੂੰਨ ਦੇ ਅਧੀਨ ਹੇਠ ਲਿਖੇ ਕਾਰਜ ਜਿਹੜੇ ਉਹਨਾਂ ਨੂੰ ਅਪਰਾਧ ਮੰਨਿਆ ਜਾਵੇਗਾ। ਪਹਿਲਾਂ ਕਿ ਛੂਤਛਾਤ ਨੂੰ ਆਧਾਰ ਮੰਨ ਕੇ ਕਿਸੇ ਵੀ ਵਿਅਕਤੀ ਨੂੰ ਜਨਤਕ ਸਥਾਨਾਂ ਤੇ ਨਾ ਜਾਣ ਦੇਣਾ। ਸੈਕਿੰਡ, ਛੂਤਛਾਤ ਨੂੰ ਆਧਾਰ ਮੰਨ ਕੇ ਕਿਸੇ ਵੀ ਵਿਅਕਤੀ ਨੂੰ ਜਨਤਕ ਪੂਜਾ ਪਾਠ ਵਾਲੀ ਜਗ੍ਹਾ ਤੇ ਪੂਜਾ ਪਾਠ ਨਾ ਕਰਨ ਦੇਣਾ। ਤੀਸਰਾ, ਛੂਤਛਾਤ ਨੂੰ ਆਧਾਰ ਮੰਨ ਕੇ ਕਿਸੇ ਵਿਅਕਤੀ ਨੂੰ ਦੁਕਾਨਾਂ, ਹੋਟਲਾਂ, ਜਨਤਕ ਮਨ ਪਰਚਾਵੇ ਦੇ ਸਥਾਨਾਂ, ਸੜਕਾਂ, ਇਸ਼ਨਾਨ ਘਰਾਂ, ਸ਼ਮਸ਼ਾਨ ਘਰਾਂ ਆਦਿ ਦਾ ਪ੍ਰਯੋਗ ਕਰਨ ਤੋਂ ਰੋਕਣਾ। ਨੰਬਰ 4 ਆਪਣਾ ਗਿਆ ਛੂਤਛਾਤ ਦੇ ਆਧਾਰ ਤੇ ਕਿਸੇ ਵੀ ਅਨੁਸੂਚਿਤ ਜਾਤੀ ਦੇ ਵਿਅਕਤੀ ਦਾ ਅਪਮਾਨ ਕਰਨਾ। ਪ੍ਰਤੱਖ ਜਾਂ ਅਪਰਤੱਖ ਰੂਪ ਦੇ ਵਿੱਚ ਛੂਤਛਾਤ ਦਾ ਪ੍ਰਚਾਰ ਕਰਨਾ। ਛੂਤਛਾਤ ਨੂੰ ਇਤਿਹਾਸਿਕ, ਦਾਰਸ਼ਨਿਕ ਜਾਂ ਧਰਮ ਦੇ ਆਧਾਰ ਦੇ ਉਚਿਤ ਠਹਿਰਾਉਣਾ। ਵੀ ਇਸੇ ਤਰ੍ਹਾਂ ਹੀ ਵੀ ਜਿਹੜਾ ਵੀ ਇਹਨਾਂ ਨੂੰ ਇਸ ਤਰ੍ਹਾਂ ਦੇ ਕੋਈ ਵੀ ਗੁਨਾਹ ਕਰਦਾ ਹੈ ਤਾਂ ਉਹਨਾਂ ਨੂੰ 6 ਮਹੀਨੇ ਤੋਂ ਲੈ ਕੇ 2 ਸਾਲਾਂ ਤੱਕ ਦੀ ਸਜ਼ਾ, 100 ਰੁਪਏ ਤੋਂ ਲੈ ਕੇ 1000 ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਛੂਤਛਾਤ ਦੇ ਅਪਰਾਧ ਦੇ ਵਿੱਚ ਜਿਸ ਵਿਅਕਤੀ ਨੂੰ ਸਜ਼ਾ ਮਿਲ ਚੁੱਕੀ ਹੈ ਉਹ ਸੰਸਦ ਅਤੇ ਰਾਜ ਵਿਧਾਨ ਮੰਡਲਾਂ ਦੀ ਚੋਣ ਦੇ ਲਈ ਅਯੋਗ ਹੋਵੇਗਾ। ਨੰਬਰ 5 ਆਪਣਾ ਹੈਗਾ ਉਪਾਧੀਆਂ ਦਾ ਖਾਤਮਾ, ਅਬੋਲਿਸ਼ਨ ਆਫ ਟਾਈਟਲਸ। ਸੰਵਿਧਾਨ ਦੀ ਧਾਰਾ 18 ਦੇ ਵਿੱਚ ਕੀ ਹੈ ਵੀ ਸੈਨਿਕ ਤੇ ਵਿਦਿਅਕ ਉਪਾਧੀਆਂ ਨੂੰ ਛੱਡ ਕੇ ਹੋਰ ਕੋਈ ਵੀ ਉਪਾਧੀ ਜਿਹੜੀ ਰਾਜ ਨਹੀਂ ਦੇ ਸਕਦਾ। ਵੀ ਸਰਕਾਰ ਦੇ ਦੁਆਰਾ ਜਿਵੇਂ ਭਾਰਤ ਰਤਨ ਹੋ ਗਿਆ, ਪਦਮ ਵਿਭੂਸ਼ਣ, ਪਦਮ ਭੂਸ਼ਣ, ਪਦਮ ਸ਼੍ਰੀ, ਇਹ ਜਿਹੜੇ ਅਵਾਰਡ ਆ ਉਹ ਸੈਨਿਕ ਉਪਾਧੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਜਿਨ੍ਹਾਂ ਨੂੰ 13 ਦਸੰਬਰ 1995 ਦੇ ਦੁਆਰਾ ਜੋ ਵੀ ਫੈਸਲਾ ਕੀਤਾ ਗਿਆ ਸੀ ਉਹਦੇ ਅਧੀਨ ਸੁਪਰੀਮ ਕੋਰਟ ਦੇ ਜਿਹੜੇ ਜੱਜ ਸੀ ਉਹਨਾਂ ਨੇ ਬੈਂਚ ਤੇ 5 ਜੱਜ ਸੀ ਜਿਹੜੇ ਉਹਨਾਂ ਦੇ ਬੈਂਚ ਨੇ ਇਹ ਉਚਿਤ ਠਹਿਰਾਇਆ ਸੀ। ਇਹ ਤੋਂ ਇਲਾਵਾ ਕੋਈ ਵੀ ਨਾਗਰਿਕ ਹੈ ਜਿਹੜਾ ਵਿਦੇਸ਼ਾਂ ਤੋਂ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਗੈਰ ਉਪਾਧੀ ਪ੍ਰਾਪਤ ਨਹੀਂ ਕਰ ਸਕਦਾ। ਇਹ ਸੀ ਬੇਟਾ ਆਪਣਾ ਸਮਾਨਤਾ ਦਾ ਅਧਿਕਾਰ, ਰਾਈਟ ਟੂ ਇਕੁਐਲਿਟੀ। ਉਸ ਅੱਗੇ ਆਪਣਾ ਹੈਗਾ ਰਾਈਟ ਟੂ ਫਰੀडम, ਆਰਟੀਕਲ 19 to 22, ਸੁਤੰਤਰਤਾ ਦਾ ਅਧਿਕਾਰ, ਧਾਰਾ 19 to 22। ਸੰਵਿਧਾਨ ਦੀ ਜਿਹੜੀ ਧਾਰਾ 19 ਤੋਂ ਲੈ ਕੇ 22 ਤੱਕ ਹੈ ਨਾਗਰਿਕਾਂ ਨੂੰ ਸੁਤੰਤਰਤਾ ਦਾ ਅਧਿਕਾਰ ਜਿਹੜਾ ਪ੍ਰਦਾਨ ਕੀਤਾ ਗਿਆ। ਧਾਰਾ ਆਰਟੀਕਲ 19 ਦੇ ਅਧੀਨ ਕੀ ਹੈ ਨਾਗਰਿਕਾਂ ਨੂੰ 6 ਸੁਤੰਤਰਤਾਵਾਂ ਜਿਹੜੀਆਂ ਪ੍ਰਦਾਨ ਕੀਤੀਆਂ ਗਈਆਂ। ਪਹਿਲੀ ਕਿਹੜੀ ਹੈ ਭਾਸ਼ਣ ਦੇਣ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਸੁਤੰਤਰਤਾ, ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ। ਭਾਰਤ ਦਾ ਸੰਵਿਧਾਨ ਜਿਹੜਾ ਨਾਗਰਿਕਾਂ ਨੂੰ ਲਿਖ ਕੇ ਜਾਂ ਬੋਲ ਕੇ ਵਿਚਾਰਾਂ ਦੇ ਪ੍ਰਗਟਾਵੇ ਦੀ ਸੁਤੰਤਰਤਾ ਪ੍ਰਦਾਨ ਕਰਦਾ ਹੈ। ਜਿਵੇਂ ਸਾਡੇ ਸੰਵਿਧਾਨ ਦੇ ਵਿੱਚ ਕੀ ਹੈ ਪ੍ਰੈਸ ਦੀ ਸੁਤੰਤਰਤਾ ਹੋਗੀ, ਫਰੀडम ਆਫ ਪ੍ਰੈਸ, ਇਹਦਾ ਕੋਈ ਵੱਖਰਾ ਵਰਣਨ ਨਹੀਂ ਕੀਤਾ ਗਿਆ ਗਾ ਕਿਉਂਕਿ ਡਾਕਟਰ BR ਅੰਬੇਦਕਰ ਉਹਨਾਂ ਨੇ ਕੀ ਕਿਹਾ ਸੀ ਵੀ ਪ੍ਰੈਸ ਦੀ ਸੁਤੰਤਰਤਾ ਜਿਹੜੀ ਵਿਚਾਰਾਂ ਦੇ ਪ੍ਰਗਟਾਵੇ ਦਾ ਇੱਕ ਮਹੱਤਵਪੂਰਨ ਸਾਧਨ ਹੈ ਉਹ ਸਾਨੂੰ ਪ੍ਰਾਪਤ ਹੋ ਚੁੱਕੀ ਹੈ ਤੇ ਇਸੇ ਕਰਕੇ ਵੀ ਇਹ ਜਿਹੜੀ ਸੁਤੰਤਰਤਾ ਹੈ ਵੱਖਰੇ ਰੂਪ ਦੇ ਵਿੱਚ ਦੇਣ ਦੀ ਲੋੜ ਨਹੀਂ ਹੈ। ਪਰੰਤੂ ਭਾਸ਼ਣ ਦੇਣ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਸੁਤੰਤਰਤਾ ਜਿਹੜੀ ਉਹ ਅਸੀਮਤ ਨਹੀਂ ਹੈ ਕਿਉਂਕਿ ਰਾਜ ਦੀ ਪ੍ਰਭੂ ਸੱਤਾ ਅਤੇ ਅਖੰਡਤਾ, ਰਾਜ ਦੀ ਸੁਰੱਖਿਆ, ਦੂਜੇ ਦੇਸ਼ਾਂ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕਰਨ, ਜਨਤਕ ਸ਼ਾਂਤੀ, ਨੈਤਿਕਤਾ, ਅਦਾਲਤਾਂ ਦਾ ਅਪਮਾਨ, ਮਾਣਹਾਨੀ ਤੇ ਅਪਰਾਧ ਇਹ ਉਤੇਜਿਤ ਕਰਨ ਵਾਲੀ ਜਿਹੜੀ ਕਾਰਵਾਈਆਂ ਇਹਨਾਂ ਨੂੰ ਮੁੱਖ ਰੱਖ ਕੇ ਰਾਜ ਦੁਆਰਾ ਕਾਨੂੰਨ ਦੇ ਅਨੁਸਾਰ ਇਸ ਅਧਿਕਾਰ ਤੇ ਉਚਿਤ ਪਾਬੰਦੀਆਂ ਜਿਹੜੀਆਂ ਲਗਾਈਆਂ ਜਾ ਸਕਦੀਆਂ। ਉਸ ਅੱਗੇ ਸੂਚਨਾ ਦਾ ਅਧਿਕਾਰ, ਰਾਈਟ ਟੂ ਇਨਫੋਰਮੇਸ਼ਨ। ਸੰਸਦ ਦੇ ਦੁਆਰਾ 15 ਜੂਨ 2005 ਇਹਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਗਿਆ ਸੀਗਾ। ਉਹਦੇ ਵਿੱਚ ਕੀ ਸੀਗਾ ਵੀ ਨਾਗਰਿਕਾਂ ਨੂੰ ਸੂਚਨਾ ਦਾ ਅਧਿਕਾਰ ਦਿੱਤਾ ਗਿਆ ਸੀਗਾ। 13 ਮਾਰਚ 2008 ਇਹਦੇ ਵਿੱਚ ਕੀ ਹੈ ਵੀ ਜਿਹੜਾ ਇਹਦੇ ਅਨੁਸਾਰ ਕੀ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਸੂਚਨਾ ਦਾ ਅਧਿਕਾਰ ਹੈ ਜਿਹੜਾ ਸੰਵਿਧਾਨ ਦੀ ਧਾਰਾ 19 ਆਰਟੀਕਲ 19 ਵਿੱਚ ਪ੍ਰਦਾਨ ਕੀਤੀ ਗਈ ਜਿਹੜੀ ਭਾਸ਼ਣ ਤੇ ਵਿਚਾਰਾਂ ਦੀ ਪ੍ਰਗਟਾਵੇ ਦੀ ਸੁਤੰਤਰਤਾ ਹੈ ਉਹਦੇ ਨਾਲ ਜੁੜਿਆ ਹੋਇਆ ਹੈ। ਇਸੇ ਕਰਕੇ ਨਾਗਰਿਕਾਂ ਨੂੰ ਇਸ ਅਧਿਕਾਰ ਤੋਂ ਕਦੇ ਵੀ ਵਾਂਝਾ ਨਹੀਂ ਕੀਤਾ ਜਾ ਸਕਦਾ। ਉਸ ਤੋਂ ਗਿਆ ਹਥਿਆਰਾਂ ਤੋਂ ਬਿਨਾਂ ਸ਼ਾਂਤੀਪੂਰਨ ਇਕੱਠੇ ਹੋਣ ਦੀ ਸੁਤੰਤਰਤਾ, ਫਰੀडम ਟੂ ਅਸੈਂਬਲ ਪੀਸਫੁਲੀ ਵਿਦਆਊਟ ਆਰਮਸ। ਵੀ ਇਹਦੇ ਵਿੱਚ ਕੀ ਹੈ ਜਿਹੜੀ ਆਪਣੀ ਆਰਟੀਕਲ 19 ਆ ਉਹਦੇ ਵਿੱਚ ਇਹ ਦਿੱਤਾ ਗਿਆ ਵੀ ਸੰਵਿਧਾਨ ਜਿਹੜਾ ਉਹ ਨਾਗਰਿਕਾਂ ਨੂੰ ਹਥਿਆਰਾਂ ਤੋਂ ਬਿਨਾਂ ਸ਼ਾਂਤੀਪੂਰਨ ਇਕੱਠੇ ਹੋਣ ਤੇ ਸਭਾਵਾਂ ਕਰਨ ਦੀ ਸੁਤੰਤਰਤਾ ਪ੍ਰਦਾਨ ਕਰਦਾ ਹੈ ਤੇ ਪਰੰਤੂ ਰਾਜ ਜਿਹੜਾ ਉਹ ਸਰਵਜਨਕ ਏਕਤਾ ਨੂੰ ਮੁੱਖ ਰੱਖ ਕੇ ਇਕੱਠੇ ਹੋਣ ਤੇ ਸਭਾਵਾਂ ਕਰਨ ਦੇ ਅਧਿਕਾਰ ਉੱਤੇ ਵੀ ਪਾਬੰਦੀ ਲਾ ਸਕਦਾ ਹੈ। ਥਰਡ ਹੈਗਾ ਪੁਆਇੰਟ ਆਪਣਾ ਸੰਘ ਅਤੇ ਯੂਨੀਅਨ ਬਣਾਉਣ ਦੀ ਸੁਤੰਤਰਤਾ, ਫਰੀडम ਟੂ ਫਾਰਮ ਐਸੋਸੀਏਸ਼ਨ ਐਂਡ ਯੂਨੀਅਨਸ।
ਧਾਰਾ 19 ਨਾਗਰਿਕਾਂ ਨੂੰ ਵੱਖ-ਵੱਖ ਹਿੱਤਾਂ ਦੀ ਪੂਰਤੀ ਵਾਸਤੇ ਵੱਖ-ਵੱਖ ਪ੍ਰਕਾਰ ਦੇ ਸੰਘ ਜਾਂ ਯੂਨੀਅਨ ਬਣਾਉਣ ਦੀ ਪੂਰੀ ਸੁਤੰਤਰਤਾ ਦਿੰਦੀ ਹੈ ਤੇ ਪਰੰਤੂ ਰਾਜ ਜਿਹੜਾ ਉਹ ਭਾਰਤ ਦੀ ਏਕਤਾ ਤੇ ਅਖੰਡਤਾ, ਜਨਤਕ ਸ਼ਾਂਤੀ ਤੇ ਨੈਤਿਕਤਾ ਦੇ ਹਿੱਤਾਂ ਦੇ ਵਿੱਚ ਸੰਘ ਤੇ ਯੂਨੀਅਨ ਹੈ ਜਿਹੜੇ ਇਹਨਾਂ ਨੂੰ ਬਣਾਉਣ ਦੇ ਅਧਿਕਾਰ ਤੇ ਉਚਿਤ ਪਾਬੰਦੀਆਂ ਵੀ ਲਾ ਸਕਦਾ ਹੈ। ਫੋਰਥ ਹੈਗਾ ਸਮੁੱਚੇ ਭਾਰਤ ਵਿੱਚ ਘੁੰਮਣ ਫਿਰਨ ਦੀ ਸੁਤੰਤਰਤਾ, ਫਰੀडम ਟੂ ਮੂਵ ਫ੍ਰੀਲੀ ਥਰੂ ਆਊਟ ਦਾ ਟੈਰੀਟਰੀ ਆਫ ਇੰਡੀਆ। ਧਾਰਾ 19 ਹੈ ਜਿਹੜੀ ਉਹਦੇ ਵਿੱਚ ਕੀ ਹੈ ਵੀ ਭਾਰਤ ਦਾ ਜਿਹੜਾ ਨਾਗਰਿਕ ਆ ਉਹਨਾਂ ਨੂੰ ਦੇਸ਼ ਦੇ ਵਿੱਚ ਬਿਨਾਂ ਕਿਸੇ ਰੋਕ ਟੋਕ ਦੇ ਘੁੰਮਣ ਫਿਰਨ ਦੀ ਪੂਰੀ ਸੁਤੰਤਰਤਾ ਹੈ, ਪਰੰਤੂ ਜਿਹੜੇ ਆਮ ਜਨਤਕ ਹਿੱਤਾਂ ਤੇ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਰਾਜ ਹੈ ਜਿਹੜੀ ਉਹ ਸਾਡੀ ਸੁਤੰਤਰਤਾ ਨੂੰ ਸੀਮਤ ਕਰ ਸਕਦਾ ਹੈ। ਫਿਫਥ ਪੁਆਇੰਟ ਆਪਣਾ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਜਾਂ ਵਸਣ ਦੀ ਸੁਤੰਤਰਤਾ, ਫਰੀडम ਟੂ ਰਿਸਾਈਡ ਐਂਡ ਸੈਟਲ ਇਨ ਐਨੀ ਪਾਰਟ ਆਫ ਦਾ ਟੈਰੀਟਰੀ ਆਫ ਇੰਡੀਆ। ਆਰਟੀਕਲ 19 ਦੇ ਵਿੱਚ ਕੀ ਹੈ ਵੀ ਭਾਰਤ ਦੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿਣ ਤੇ ਵਸਣ ਦੀ ਪੂਰੀ ਸੁਤੰਤਰਤਾ ਦਿੱਤੀ ਗਈ ਹੈ, ਪਰੰਤੂ ਆਮ ਜਨਤਕ ਹਿੱਤਾਂ ਦੀ ਰਾਖੀ ਦੇ ਵਾਸਤੇ ਰਾਜ ਜਿਹੜੀ ਇਹ ਸੁਤੰਤਰਤਾ ਸੀਮਤ ਕਰ ਸਕਦਾ ਹੈ। ਸਿਕਸਥ ਪੁਆਇੰਟ ਹੈ ਕੋਈ ਰੁਜ਼ਗਾਰ, ਧੰਦਾ ਜਾਂ ਕਾਰੋਬਾਰ ਕਰਨ ਦੀ ਸੁਤੰਤਰਤਾ, ਫਰੀडम ਟੂ ਪ੍ਰੈਕਟਿਸ ਐਨੀ ਪ੍ਰੋਫੈਸ਼ਨ ਔਰ ਟੂ ਕੈਰੀ ਔਨ ਐਨੀ ਆਕੂਪੇਸ਼ਨ, ਟ੍ਰੇਡ ਔਰ ਬਿਜ਼ਨਸ। ਧਾਰਾ 19 ਹੈ ਜਿਹੜੀ ਆਰਟੀਕਲ 19 ਉਹਦੇ ਵਿੱਚ ਕੀ ਹੈ ਵੀ ਭਾਰਤ ਦਾ ਜਿਹੜਾ ਨਾਗਰਿਕ ਹੈ ਉਸ ਨੂੰ ਕੋਈ ਵੀ ਰੁਜ਼ਗਾਰ ਜਾਂ ਕਾਰੋਬਾਰ ਕਰਨ ਦੀ ਪੂਰੀ ਸੁਤੰਤਰਤਾ ਹੈ, ਪਰੰਤੂ ਰਾਜ ਹੈ ਜਿਹੜਾ ਕਿਸੇ ਰੁਜ਼ਗਾਰ, ਧੰਦੇ ਜਾਂ ਕਾਰੋਬਾਰ ਵਾਸਤੇ ਕੋਈ ਤਕਨੀਕੀ ਯੋਗਤਾ ਜਿਹੜੀ ਉਸ ਨੂੰ ਨਿਸ਼ਚਿਤ ਕਰ ਸਕਦਾ ਹੈ ਤੇ ਰਾਜ ਆਪ ਜਾਂ ਆਪਣੀ ਮਾਲਕੀ ਜਾਂ ਆਪਣੇ ਕੰਟਰੋਲ ਦੇ ਵਿੱਚ ਜਿਹੜੇ ਕਾਇਮ ਕੀਤੇ ਗਏ ਕਾਰਪੋਰੇਸ਼ਨ ਹੈ ਉਹਨਾਂ ਦੁਆਰਾ ਵਪਾਰ, ਕਾਰੋਬਾਰ ਜਾਂ ਦੂਜੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਵਿਵਸਥਾ ਕਰ ਸਕਦਾ ਹੈ। ਇਸੇ ਤਰ੍ਹਾਂ ਵੀ ਜਿਵੇਂ ਧਾਰਾ 19 ਦੇ ਵਿੱਚ ਨਾਗਰਿਕਾਂ ਨੂੰ ਜਿਹੜੀਆਂ ਸੁਤੰਤਰਤਾਵਾਂ ਦਿੱਤੀਆਂ ਗਈਆਂ ਉਹ ਅਸੀਮਤ ਨਹੀਂ ਹੈ, ਸਗੋਂ ਉਹਨਾਂ ਨੂੰ ਸੀਮਾਵਾਂ ਦੇ ਵਿੱਚ ਰਹਿ ਕੇ ਆਸਾਨੀ ਦੇ ਨਾਲ ਮਾਣਿਆ ਜਾ ਸਕਦਾ ਹੈ। ਉਸ ਤੋਂ ਅੱਗੇ ਆਪਣਾ ਹੈਗਾ ਰਾਸ਼ਟਰੀ ਝੰਡਾ ਲਹਿਰਾਉਣ ਦਾ ਅਧਿਕਾਰ, ਰਾਈਟ ਟੂ ਹੋਇਸਟ ਨੈਸ਼ਨਲ ਫਲੈਗ। 23 ਜਨਵਰੀ 2004 ਦੇ ਵਿੱਚ ਜਿਹੜਾ ਇੱਕ ਨਿਰਣਾ ਲਿਆ ਗਿਆ ਸੀਗਾ ਉਹਦੇ ਵਿੱਚ ਸੁਪਰੀਮ ਕੋਰਟ ਦੇ ਦੁਆਰਾ ਨਾਗਰਿਕਾਂ ਦੇ ਰਾਸ਼ਟਰੀ ਝੰਡਾ ਲਹਿਰਾਉਣ ਦੇ ਅਧਿਕਾਰ ਨੂੰ ਸੰਵਿਧਾਨ ਦੀ ਧਾਰਾ 19 ਦੇ ਅਧੀਨ ਇੱਕ ਮੌਲਿਕ ਅਧਿਕਾਰ ਮੰਨਿਆ ਗਿਆ, ਪਰੰਤੂ ਸੁਪਰੀਮ ਕੋਰਟ ਦਾ ਕੀ ਮਤ ਸੀ, ਕੀ ਵਿਚਾਰ ਸੀ ਉਹਦਾ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦੇ ਨਾਲ ਜਿੰਨੇ ਵੀ ਸੰਬੰਧਿਤ ਨਿਯਮ ਹੋਣਗੇ ਬਣੇ ਹੋਏ ਉਹਦੇ ਉਹਨਾਂ ਸਾਰਿਆਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਸੈਕਿੰਡ ਹੈ ਜੁਰਮ ਵਿੱਚ ਪਕੜੇ ਜਾਣ ਵਿਰੁੱਧ ਸੁਰੱਖਿਆ, ਧਾਰਾ 20 ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵਿਕਸ਼ਨ ਫॉर ਐਨ ਆਫੈਂਸ, ਆਰਟੀਕਲ 20 ਵਿੱਚ ਸੰਵਿਧਾਨ ਦੀ ਜਿਹੜੀ ਧਾਰਾ 20 ਹੈ ਆਰਟੀਕਲ 20 ਉਹਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਜੁਰਮ ਵਿੱਚ ਜੇ ਪਕੜਿਆ ਜਾਂਦਾ ਹੋ ਤਾਂ ਉਸ ਦੇ ਵਿਰੁੱਧ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਤੇ ਵਿਵਸਥਾ ਵੀ ਉਹਦੇ ਵਾਸਤੇ ਕੀਤੀ ਗਈ ਹੈ। ਪਹਿਲੀ ਕਿਹੜੀ ਹੈ, ਕਿਸੇ ਵੀ ਵਿਅਕਤੀ ਨੂੰ ਉਸ ਵੇਲੇ ਤੱਕ ਸਜ਼ਾ ਨਹੀਂ ਦਿੱਤੀ ਜਾ ਸਕਦੀ ਵੀ ਜਦੋਂ ਤੱਕ ਉਸਨੇ ਅਪਰਾਧ ਵੇਲੇ ਕਿਸੇ ਲਾਗੂ ਕਾਨੂੰਨ ਨੂੰ ਨਾ ਤੋੜਿਆ ਹੋਵੇ। ਸੈਕਿੰਡ, ਕਿਸੇ ਵੀ ਵਿਅਕਤੀ ਨੂੰ ਉਸ ਤੋਂ ਵੱਧ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਿਹੜੀ ਅਪਰਾਧ ਕਰਨ ਦੇ ਸਮੇਂ ਚਾਲੂ ਕਾਨੂੰਨ ਅਧੀਨ ਦਿੱਤੀ ਜਾ ਸਕਦੀ ਹੋਵੇ। ਥਰਡ ਹੈ ਕਿਸੇ ਵਿਅਕਤੀ ਉੱਪਰ ਇੱਕ ਅਪਰਾਧ ਲਈ ਇੱਕ ਤੋਂ ਵੱਧ ਵਾਰ ਨਾ ਤਾਂ ਮੁਕੱਦਮਾ ਚਲਾਇਆ ਜਾ ਸਕਦਾ ਹੈ ਤੇ ਨਾ ਹੀ ਉਸ ਨੂੰ ਇੱਕ ਤੋਂ ਵੱਧ ਵਾਰੀ ਸਜ਼ਾ ਦਿੱਤੀ ਜਾ ਸਕਦੀ ਹੈ। ਫੋਰਥ ਹੈਗਾ ਕਿਸੇ ਵਿਅਕਤੀ ਨੂੰ ਆਪਣੇ ਵਿਰੁੱਧ ਗਵਾਹੀ ਦੇਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਉਸ ਤੋਂ ਅੱਗੇ ਥਰਡ ਪੁਆਇੰਟ ਆਪਣਾ ਹੈਗਾ ਜੀਵਨ ਤੇ ਨਿੱਜੀ ਸੁਤੰਤਰਤਾ ਦੀ ਰੱਖਿਆ, ਆਰਟੀਕਲ 21 ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ, ਆਰਟੀਕਲ 21 ਧਾਰਾ 21 ਦੇ ਵਿੱਚ ਕੀ ਵਿਵਸਥਾ ਕੀਤੀ ਗਈ ਹੈ ਵੀ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੁਆਰਾ ਕਾਇਮ ਕੀਤੀ ਗਈ ਜਿਹੜੀ ਵਿਧੀ ਹੈ ਪ੍ਰੋਸੀਜਰ ਐਸਟੈਬਲਿਸ਼ ਬਾਈ ਲਾ, ਇਹ ਤੋਂ ਇਲਾਵਾ ਕਿਸੇ ਹੋਰ ਤਰੀਕੇ ਜਾਂ ਨਾਲ ਜੀਵਨ ਤੇ ਨਿੱਜੀ ਸੁਤੰਤਰਤਾ ਵਾਂਝਾ ਨਹੀਂ ਕੀਤਾ ਜਾ ਸਕਦਾ। ਤੇ ਜਿਹੜੀ ਆਪਣੀ 44ਵੀਂ ਸੋਧ ਹੋਈ ਸੀ 44 ਅਮੈਂਡਮੈਂਟ ਸੀ ਉਹਦੇ ਵਿੱਚ ਕੀ ਕਿਹਾ ਗਿਆ ਸੀਗਾ ਵੀ ਆਰਟੀਕਲ 21 ਹੈ ਜਿਹੜਾ ਉਹਦੇ ਵਿੱਚ ਅਨੁਸਾਰ ਪ੍ਰਾਪਤ ਜੀਵਨ ਅਤੇ ਨਿੱਜੀ ਸੁਤੰਤਰਤਾ ਦਾ ਜਿਹੜਾ ਅਧਿਕਾਰ ਆ ਉਹ ਸੰਕਟਕਾਲੀਨ ਸਥਿਤੀ ਦੇ ਵਿੱਚ ਵੀ ਮੁਅੱਤਲ ਨਹੀਂ ਕੀਤਾ ਜਾ ਸਕਦਾ। ਉਸ ਤੋਂ ਅੱਗੇ ਬੇਟੇ ਆਪਣਾ ਹੈਗਾ ਫੋਰਥ ਪੁਆਇੰਟ ਵਿਦਿਆ ਦਾ ਅਧਿਕਾਰ, ਧਾਰਾ 21A ਰਾਈਟ ਟੂ ਐਜੂਕੇਸ਼ਨ, ਆਰਟੀਕਲ 21A। ਦਸੰਬਰ 2002 ਦੇ ਵਿੱਚ ਸੰਵਿਧਾਨ ਨੇ ਇੱਕ ਸੋਧ ਕੀਤੀ ਸੀ 86ਵੀਂ, ਉਹਦੇ ਵਿੱਚ ਉਹਨੇ ਕੀ ਕਿਹਾ ਸੀਗਾ ਵੀ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਵਿੱਦਿਆ ਜਿਹੜੀ ਉਹ ਮੁਫਤ ਤੇ ਲਾਜ਼ਮੀ ਦਿੱਤੀ ਜਾਣੀ ਚਾਹੀਦੀ ਹੈ। ਇਹ ਇੱਕ ਅਧਿਕਾਰ ਬੱਚਿਆਂ ਪ੍ਰਤੀ ਬਣਾਇਆ ਗਿਆ ਸੀ, ਮੌਲਿਕ ਅਧਿਕਾਰ ਸੀ ਜਿਹੜਾ, ਤੇ ਇਸ ਉਦੇਸ਼ ਦੀ ਪੂਰਤੀ ਦੇ ਵਾਸਤੇ ਸੰਵਿਧਾਨ ਦੀ ਧਾਰਾ ਜਿਹੜੀ ਆਰਟੀਕਲ 21A ਹੈ
ਉਹਦੇ ਵਿੱਚ ਇਸ ਨੂੰ ਸ਼ਾਮਲ ਕੀਤਾ ਗਿਆ। ਇਸ ਧਾਰਾ ਦੇ ਅਧੀਨ ਰਾਜ ਦੇ ਵਿੱਚ ਕੀ ਹੈ 6 ਤੋਂ ਲੈ ਕੇ 14 ਸਾਲ ਤੱਕ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਮੁਫਤ ਤੇ ਲਾਜ਼ਮੀ ਵਿੱਦਿਆ ਪ੍ਰਦਾਨ ਕੀਤੇ ਜਾਂਦੀਆਂ, ਜੋ ਵੀ ਲੋੜੀਂਦੀਆਂ ਸੁਵਿਧਾਵਾਂ ਉਹ ਸਾਰੀਆਂ ਸ਼ਾਮਲ ਕੀਤੀਆਂ ਗਈਆਂ। ਉਸ ਤੋਂ ਅੱਗੇ ਵਿੱਦਿਆ ਦੇ ਅਧਿਕਾਰ ਨੂੰ ਲਾਗੂ ਕਰਨ ਲਈ ਕਾਨੂੰਨ ਅਗਸਤ 2009 ਲਾਅ ਟੂ ਇੰਪਲੀਮੈਂਟ ਰਾਈਟ ਟੂ ਐਜੂਕੇਸ਼ਨ ਅਗਸਤ 2009 ਦਸੰਬਰ 2002 ਦੇ ਵਿੱਚ ਜਿਹੜੀ ਇਹ 86ਵੀਂ ਸੰਵਿਧਾਨਕ ਸੋਧ ਹੋਈ ਸੀ ਉਹਦੇ ਵਿੱਚ ਇਹ ਸੀਗਾ ਵੀ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਵਿੱਦਿਆ ਮੁਫਤ ਤੇ ਲਾਜ਼ਮੀ ਦਿੱਤੀ ਜਾਣੀ ਚਾਹੀਦੀ ਆ। ਉਹਦੇ ਵਾਸਤੇ ਪੂਰੀਆਂ ਸੁਵਿਧਾਵਾਂ ਸੀ ਜਿਹੜੀਆਂ ਉਹਨਾਂ ਨੇ ਲਾਗੂ ਕੀਤੀਆਂ ਸੀਗੀਆਂ। ਤੇ ਇਹ ਜਦੋਂ ਉਹਨਾਂ ਨੇ ਇਹ ਸੰਸਦ ਦੇ ਵਿੱਚ ਬਿੱਲ ਪੇਸ਼ ਕੀਤਾ ਸੀ ਤੇ ਸੰਸਦ ਦੇ ਦੁਆਰਾ 4 ਅਗਸਤ 2009 ਨੂੰ ਇਸ ਨੂੰ ਪਾਸ ਕੀਤਾ ਗਿਆ ਸੀ। ਇਹਦਾ ਉਦੇਸ਼ ਕੀ ਸੀਗਾ ਵੀ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੇ ਵਿੱਦਿਆ ਦੇ ਅਧਿਕਾਰ ਆ ਉਹ ਬੱਚਿਆਂ ਦੇ ਉੱਪਰ ਲਾਗੂ ਕੀਤੇ ਜਾਣ ਦੀਆਂ ਉਚਿਤ ਵਿਵਸਥਾਵਾਂ ਸਥਾਪਿਤ ਕਰਨਾ। ਇਸ ਕਾਨੂੰਨ ਦੇ ਰਾਹੀਂ ਬੱਚਿਆਂ ਨੂੰ ਦਿੱਤੀ ਜਾ ਰਹੀ ਜਿਹੜੀ ਸਰੀਰਕ ਸਜ਼ਾ ਹੈ, ਦਾਖਲੇ ਲਈ ਵਸੂਲ ਕੀਤੀ ਜਾ ਰਹੀ ਕੈਪੀਟੇਸ਼ਨ ਫੀਸ, ਦਾਖਲੇ ਲਈ ਜਾ ਰਹੀ ਬੱਚਿਆਂ ਤੇ ਉਸਦੇ ਮਾਪਿਆਂ ਦੀ ਇੰਟਰਵਿਊ ਉਹਦੀ ਵੀ ਮਨਾਹੀ ਕੀਤੀ ਗਈ ਸੀ। ਇਸ ਤੋਂ ਬਾਅਦ ਪ੍ਰਾਈਵੇਟ ਸਕੂਲ ਸੀ ਜਿਹੜੇ ਉਹਨਾਂ ਨੂੰ ਕਮਜ਼ੋਰ ਵਰਗਾਂ ਦੇ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਬੱਚੇ ਸੀਗੇ ਉਹਨਾਂ ਦੇ ਲਈ 25% ਜਿਹੜੀਆਂ ਸੀਟਾਂ ਨੇ ਉਹ ਵੀ ਰਾਖਵੀਆਂ ਰੱਖੇ ਜਾਣ ਦੀ ਪੂਰੀ ਵਿਵਸਥਾ ਕੀਤੀ ਗਈ ਹੈ। ਜੇ ਕੋਈ ਅਜਿਹਾ ਨਹੀਂ ਕਰਦਾ ਸੀ ਤਾਂ ਉਹ ਸਕੂਲ ਦੀ ਜਿਹੜੀ ਮਾਨਤਾ ਉਸ ਨੂੰ ਰੱਦ ਕੀਤਾ ਜਾਂਦਾ ਸੀ ਤੇ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਸੰਖਿਆ ਜਿਹੜੀ ਉਹ ਨਿਸ਼ਚਿਤ ਸੰਖਿਆ ਨੂੰ ਯਕੀਨੀ ਬਣਾਏ ਜਾਣ ਦੇ ਵੀ ਲੋੜੀਂਦੇ ਪ੍ਰਬੰਧ ਕੀਤੇ ਗਏ ਸੀ ਵੀ ਜਿੰਨੇ ਟੀਚਰ ਸਕੂਲ ਦੇ ਵਿੱਚ ਚਾਹੀਦੇ ਆ ਉਹਨੇ ਹੋਣੇ ਚਾਹੀਦੇ ਆ ਤੇ ਸਕੂਲਾਂ ਦੇ ਵਿੱਚ ਲੋੜੀਂਦੀਆਂ ਮੁੱਢਲੀਆਂ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਯਕੀਨੀ ਬਣਾਇਆ ਜਾਵੇ। ਇਸ ਦੇ ਲਈ ਜਿਹੜੀ ਕੇਂਦਰ ਸਰਕਾਰ ਆ ਉਹ ਰਾਜ ਸਰਕਾਰ ਨੂੰ ਉਚਿਤ ਸਹਾਇਤਾ ਪ੍ਰਦਾਨ ਕਰੇਗੀ। ਵਿੱਦਿਆ ਦਾ ਜਿਹੜਾ ਅਧਿਕਾਰ ਸੀ ਕਾਨੂੰਨ ਬਣਿਆ ਸੀ ਇਹਨੂੰ 1 ਅਪ੍ਰੈਲ 2010 ਤੋਂ ਸਾਰੇ ਭਾਰਤ ਦੇ ਵਿੱਚ ਲਾਗੂ ਕੀਤਾ ਗਿਆ ਤੇ ਇਹਦਾ ਯੂਨੈਸਕੋ, ਯੂਨੀਸੈਫ ਤੇ ਅੰਤਰਰਾਸ਼ਟਰੀ ਮਜ਼ਦੂਰ ਸੰਘ ILO ਇਹ ਆਦਿ ਜਿਹੜੇ ਅੰਤਰਰਾਸ਼ਟਰੀ ਸੰਗਠਨਾਂ ਦੇ ਦੁਆਰਾ ਇਸ ਦਾ ਪੂਰਾ ਸਵਾਗਤ ਕੀਤਾ ਗਿਆ ਸੀ। ਉਸ ਤੋਂ ਅੱਗੇ ਆਪਣਾ ਹੈਗਾ ਨੰਬਰ 5 ਹੈ ਗ੍ਰਿਫਤਾਰੀ ਅਤੇ ਨਜ਼ਰਬੰਦੀ ਵਿਰੁੱਧ ਸੁਰੱਖਿਆ ਧਾਰਾ 22 ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ ਆਰਟੀਕਲ 22 ਧਾਰਾ 22 ਦੇ ਅਧੀਨ ਕੀ ਸੀਗਾ ਵੀ ਗ੍ਰਿਫਤਾਰੀ ਤੇ ਨਜ਼ਰਬੰਦੀ ਦੇ ਵਿਰੁੱਧ ਹੇਠ ਲਿਖੀਆਂ ਸੁਰੱਖਿਆਵਾਂ ਪ੍ਰਦਾਨ ਕੀਤੀਆਂ ਗਈਆਂ। ਪਹਿਲੀ ਕਿਸੇ ਗ੍ਰਿਫਤਾਰ ਕੀਤੇ ਵਿਅਕਤੀ ਨੂੰ ਗ੍ਰਿਫਤਾਰੀ ਦੇ ਤੁਰੰਤ ਬਾਅਦ ਗ੍ਰਿਫਤਾਰੀ ਦੇ ਕਾਰਨ ਤੋਂ ਜਾਣੂ ਕਰਵਾਇਆ ਜਾਵੇਗਾ ਵੀ ਕਿਉਂ ਉਹਨੂੰ ਗ੍ਰਿਫਤਾਰ ਕੀਤਾ ਗਿਆ। ਸੈਕਿੰਡ, ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਆਪਣੀ ਮਰਜ਼ੀ ਦੇ ਵਕੀਲ ਤੋਂ ਸਲਾਹ ਲੈਣ ਤੇ ਉਸ ਰਾਹੀਂ ਆਪਣੀ ਸਫਾਈ ਪੇਸ਼ ਕਰਨ ਦਾ ਪੂਰਾ ਅਧਿਕਾਰ ਹੋਵੇਗਾ। ਨੰਬਰ 3 ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਗ੍ਰਿਫਤਾਰੀ ਦੇ 24 ਘੰਟਿਆਂ ਦੇ ਅੰਦਰ ਅੰਦਰ ਨੇੜੇ ਦੇ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅਦਾਲਤ ਦੀ ਆਗਿਆ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ 24 ਘੰਟੇ ਤੋਂ ਵੱਧ ਸਮੇਂ ਦੇ ਲਈ ਕੈਦੀ ਨਹੀਂ ਰੱਖਿਆ ਜਾਵੇਗਾ। ਪਰੰਤੂ ਆਰਟੀਕਲ ਜਿਹੜਾ 22 ਸੀ ਉਹਦੇ ਵਿੱਚ ਕੀ ਹੈ ਵੀ ਜਿਹੜੀਆਂ ਪ੍ਰਾਪਤ ਸੁਰੱਖਿਆਵਾਂ ਦੁਸ਼ਮਣ ਵਿਦੇਸ਼ੀਆਂ ਤੇ ਨਿਵਾਰਕ ਨਜ਼ਰਬੰਦੀ ਐਨੀਮੀ ਅਲਾਈਨ ਤੇ ਪ੍ਰੀਵੈਂਟਿਵ ਡਿਟੈਂਸ਼ਨ ਅਧੀਨ ਨਜ਼ਰਬੰਦ ਕੀਤੇ ਜਿਹੜੇ ਵਿਅਕਤੀ ਸੀਗੇ ਉਹਨਾਂ ਨੂੰ ਪ੍ਰਾਪਤ ਨਹੀਂ ਹੋਣਗੇ। ਉਸ ਤੋਂ ਅੱਗੇ ਨਿਵਾਰਕ ਨਜ਼ਰਬੰਦੀ ਕੀ ਹੈ ਪ੍ਰੀਵੈਂਟਿਵ ਡਿਟੈਂਸ਼ਨ। ਵਾਟ ਇਜ਼ ਪ੍ਰੀਵੈਂਟਿਵ ਡਿਟੈਂਸ਼ਨ? ਸੰਵਿਧਾਨ ਦਾ ਆਰਟੀਕਲ ਜਿਹੜਾ ਆਪਣਾ 22 ਸੀ ਉਹਦੇ ਵਿੱਚ ਕੀ ਹੈ ਸੰਸਦ ਦੁਆਰਾ ਨਿਵਾਰਕ ਨਜ਼ਰਬੰਦੀ ਕਾਨੂੰਨ ਬਣਾਏ ਜਾਣ ਦੀ ਪੂਰੀ ਵਿਵਸਥਾ ਕੀਤੀ ਗਈ ਸੀਗੀ। ਇਹਦੇ ਵਿੱਚ ਕੀ ਸੀਗਾ ਵੀ ਕਿਸੇ ਵੀ ਵਿਅਕਤੀ ਨੂੰ ਬਿਨਾਂ ਕਾਨੂੰਨ ਤੋੜੇ ਗ੍ਰਿਫਤਾਰ ਕੀਤਾ ਜਾ ਸਕਦਾ। ਪਹਿਲੀ ਵਾਰੀ ਜਿਹੜੇ ਸੰਸਦ ਦੁਆਰਾ ਜਦੋਂ ਇਹ ਕਾਨੂੰਨ 1950 ਈਸਵੀ ਦੇ ਵਿੱਚ ਬਣਾਇਆ ਗਿਆ ਸੀ ਤਾਂ ਸਮੇਂ-ਸਮੇਂ ਤੇ ਇਹਦੇ ਵਿੱਚ ਕਈ ਸੋਧਾਂ ਵੀ ਕੀਤੀਆਂ ਗਈਆਂ ਸੀ। ਵਿਰੋਧੀ ਦਲਾਂ ਤੇ ਲੋਕਾਂ ਦੁਆਰਾ ਨਿਵਾਰਕ ਨਜ਼ਰਬੰਦੀ ਕਾਨੂੰਨ ਦਾ ਵਿਆਪਕ ਪੱਧਰ ਤੇ ਵਿਰੋਧ ਕੀਤੇ ਜਾਣ ਤੇ 31 ਦਸੰਬਰ 1969 ਨੂੰ ਸੰਸਦ ਨੇ ਇਸ ਨੂੰ ਖਤਮ ਕਰਤਾ ਸੀ ਤੇ ਉਹਨਾਂ ਨੇ ਕੀ ਕਿਹਾ ਸੀ ਵੀ ਰਾਜ ਸਰਕਾਰਾਂ ਤੇ ਜਿਹੜੀ ਕੇਂਦਰੀ ਸਰਕਾਰ ਹੈ ਜੇ ਉਹ ਲੋੜ ਮਹਿਸੂਸ ਕਰਦੀ ਹੈ ਤਾਂ ਉਹ ਅਜਿਹਾ ਕਾਨੂੰਨ ਬਣਾ ਸਕਦੀ ਹੈ। ਕੇਂਦਰੀ ਸਰਕਾਰ ਨੇ 1971 ਦੇ ਵਿੱਚ ਅੰਦਰੂਨੀ ਸੁਰੱਖਿਆ ਕਾਨੂੰਨ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਇਹ ਪਾਸ ਕੀਤਾ ਸੀ ਜਿਸ ਨੂੰ 1978 ਦੇ ਵਿੱਚ ਭਾਰਤੀ ਜਨਤਾ ਪਾਰਟੀ ਸੀ ਜਿਹੜਾ ਉਸ ਦੀ ਸਰਕਾਰ ਨੇ ਖਤਮ ਕਰਤਾ ਸੀਗਾ। ਪਰੰਤੂ ਜਿਹੜੀ ਨਿਵਾਰਕ ਨਜ਼ਰਬੰਦੀ ਹੈ ਉਹਦੇ ਨਾਲ ਸੰਬੰਧਿਤ ਜਿਹੜੀਆਂ ਵਿਵਸਥਾਵਾਂ ਸੀ ਉਹ ਸੰਵਿਧਾਨ ਦੇ ਵਿੱਚ ਜਿਵੇਂ ਪਹਿਲਾਂ ਸੀ ਉਸੇ ਤਰ੍ਹਾਂ ਹੀ ਬਣੀਆਂ ਰਹੀਆਂ ਤੇ 1980 ਦੇ ਵਿੱਚ ਕਾਂਗਰਸ ਨੇ ਸੱਤਾ ਦੇ ਵਿੱਚ ਆਉਣ ਤੋਂ ਪਿੱਛੋਂ ਰਾਸ਼ਟਰੀ ਸੁਰੱਖਿਆ ਕਾਨੂੰਨ ਨੈਸ਼ਨਲ ਸਿਕਿਉਰਿਟੀ ਐਕਟ ਸੀਗਾ ਉਸ ਦੇ ਅਧੀਨ ਇੱਕ ਨਵਾਂ ਨਿਵਾਰਕ ਨਜ਼ਰਬੰਦੀ ਕਾਨੂੰਨ ਬਣਾਇਆ ਸੀ। ਉਸ ਤੋਂ ਅੱਗੇ ਆਪਣਾ ਹੈਗਾ ਆਤੰਕਵਾਦ ਨਿਰੋਧਕ ਕਾਨੂੰਨ 2002 ਪ੍ਰੀਵੈਂਸ਼ਨ ਟੂ ਟੈਰਰਿਜ਼ਮ ਐਕਟ 2002 26 ਮਾਰਚ 2002।
ਉਸ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਸੀ ਤੇ ਉਹਨਾਂ ਦੇ ਅਗਵਾਈ ਦੇ ਵਿੱਚ ਇੱਕ ਰਾਸ਼ਟਰੀ ਲੋਕਤੰਤਰੀ ਗੱਠਜੋੜ ਦੀ ਜਿਹੜੀ ਸਰਕਾਰ ਸੀ ਉਹਦੇ ਦੁਆਰਾ ਸੰਸਦ ਦੇ ਦੋਵੇਂ ਸਦਨਾਂ ਦੇ ਜਿਹੜੇ ਬੁਲਾਏ ਗਏ ਸਾਂਝੇ ਇਜਲਾਸ ਦੇ ਵਿੱਚ ਆਤੰਕਵਾਦ ਨਿਰੋਧਕ ਕਾਨੂੰਨ ਸੀ ਜਿਹੜਾ ਇੱਕ ਪਾਸ ਕੀਤਾ ਗਿਆ ਸੀ ਤੇ ਵਿਰੋਧੀ ਦਲ ਸੀ ਜਿਹੜੇ ਉਹਨਾਂ ਨੇ ਇਸ ਕਾਨੂੰਨ ਦਾ ਡਟ ਕੇ ਵਿਰੋਧ ਕੀਤਾ ਸੀ, ਪਰੰਤੂ ਸਰਕਾਰ ਦੁਆਰਾ ਸੰਸਦ ਨੂੰ ਪੂਰਾ ਇਹ ਭਰੋਸਾ ਦਿਵਾਇਆ ਗਿਆ ਸੀਗਾ ਵੀ ਇਸ ਕਾਨੂੰਨ ਦਾ ਗਲਤ ਪ੍ਰਯੋਗ ਹੈ ਜਿਹੜਾ ਉਹ ਨਹੀਂ ਕੀਤਾ ਜਾਵੇਗਾ। ਇਸ ਕਾਨੂੰਨ ਦੇ ਜਦੋਂ ਪਾਸ ਕੀਤੇ ਜਾਣ ਦਾ ਉਦੇਸ਼ ਭਾਰਤ ਦੇ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੀਆਂ ਜੋ ਆਤੰਕਵਾਦੀ ਗਤੀਵਿਧੀਆਂ ਸੀ ਉਹਨਾਂ ਨੂੰ ਰੋਕਣਾ ਸੀ ਤੇ ਜੋ ਅੱਜ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਭਾਰੀ ਖਤਰਾ ਬਣ ਗਈਆਂ ਸਨ। ਉਸ ਤੋਂ ਅੱਗੇ ਪੋਟਾ ਦੀ ਜਗ੍ਹਾ ਗੈਰ ਕਾਨੂੰਨੀ ਗਤੀਵਿਧੀਆਂ ਸੋਧ ਕਾਨੂੰਨ ਪਾਸ, ਪੋਟਾ ਰਿਪਲੇਸਡ ਬਾय ਅਨਲॉफुल ਐਕਟੀਵਿਟੀਜ਼ ਪ੍ਰੀਵੈਂਸ਼ਨ ਅਮੈਂਡਮੈਂਟ ਐਕਟ। ਸੱਤਾ ਦੇ ਵਿੱਚ ਆਉਣ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਬੇਟੇ ਆਪਣੇ ਇਹ, ਉਹਨਾਂ ਦੀ ਅਗਵਾਈ ਦੇ ਵਿੱਚ ਹੇਠਲੀ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ ਯੂਪੀਏ ਉਹ ਜਿਹੜੀ ਸਰਕਾਰ ਸੀ ਉਹਦੇ ਦੁਆਰਾ 26 ਸਤੰਬਰ 2004 ਵਿੱਚ ਇੱਕ ਅਧਿਆਦੇਸ਼ ਜਾਰੀ ਕੀਤਾ ਗਿਆ ਸੀ ਜਿਸ ਨੂੰ ਕਿ ਪਿੱਛੋਂ ਕਾਨੂੰਨ ਦਾ ਰੂਪ ਵੀ ਦੇ ਦਿੱਤਾ ਗਿਆ ਸੀ। ਪੋਟਾ ਨੂੰ ਖਤਮ ਕੀਤਾ ਗਿਆ ਸੀ ਤੇ ਉਸ ਦੀ ਜਗ੍ਹਾ ਤੇ ਗੈਰ ਕਾਨੂੰਨੀ ਗਤੀਵਿਧੀਆਂ ਸੀ ਜਿਹੜੀਆਂ ਉਹਨਾਂ ਰਿਲੇਟਡ ਇੱਕ ਕਾਨੂੰਨ ਸੀ ਜਿਹੜਾ ਪਾਸ ਕੀਤਾ ਗਿਆ ਸੀ। ਭਾਵੇਂ ਪੋਟਾ ਦੀ ਜਿਹੜੀ ਬਹੁਤ ਸਾਰੇ ਵਿਵਸਥਾ ਨੂੰ ਨਵੇਂ ਕਾਨੂੰਨ ਦੇ ਰਾਹੀਂ ਰੱਖ ਲਿਆ ਗਿਆ ਸੀ, ਪਰੰਤੂ ਪੋਟਾ ਨੂੰ ਖਤਮ ਕਰਕੇ ਸਰਕਾਰ ਨੇ ਚੋਣਾਂ ਸਮੇਂ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ। ਅੱਗੇ ਗੈਰ ਕਾਨੂੰਨੀ ਗਤੀਵਿਧੀਆਂ ਸੋਧ ਕਾਨੂੰਨ ਵਿੱਚ ਸੋਧ December 2008 amendment made to the unlawful activities act December 2008। 26 ਦਸੰਬਰ 2008 ਨੂੰ ਮੁੰਬਈ ਦੇ ਉੱਤੇ ਆਤੰਕਵਾਦੀਆਂ ਨੇ ਜਦੋਂ ਹਮਲਾ ਕੀਤਾ ਸੀ ਤਾਂ ਉਸ ਤੋਂ ਬਾਅਦ ਆਤੰਕਵਾਦ ਨੂੰ ਰੋਕਣ ਦੇ ਵਾਸਤੇ ਇੱਕ ਕਾਨੂੰਨ ਜਿਹੜਾ ਪਾਸ ਕੀਤਾ ਗਿਆ ਸੀਗਾ ਉਸ ਨੂੰ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਦੇ ਵਾਸਤੇ ਦਸੰਬਰ 2008 ਦੇ ਵਿੱਚ ਸੰਸਦ ਨੇ ਗੈਰ ਕਾਨੂੰਨੀ ਗਤੀਵਿਧੀਆਂ ਕਾਨੂੰਨ ਦੇ ਵਿੱਚ ਇੱਕ ਸੋਧ ਕੀਤੀ ਸੀ ਜਿਹਦੇ ਵਿੱਚ ਹੇਠ ਲਿਖੀਆਂ ਵਿਵਸਥਾਵਾਂ ਸੀ ਜਿਹੜੀਆਂ ਕੀਤੀਆਂ ਗਈਆਂ ਸੀ। ਪਹਿਲੀ ਕੀ ਸੀ, ਦੋਸ਼ੀ ਵਿਅਕਤੀ ਨੂੰ 180 ਦਿਨਾਂ ਤੱਕ ਨਜ਼ਰਬੰਦ ਰੱਖਿਆ ਜਾ ਸਕੇਗਾ। ਮੁਕੱਦਮਾ ਕਰਨ ਵਾਲੇ ਅਧਿਕਾਰੀ ਨੂੰ ਸੁਣੇ ਬਿਨਾਂ ਅਦਾਲਤ ਦੁਆਰਾ ਕਿਸੇ ਵੀ ਦੋਸ਼ੀ ਨੂੰ ਜ਼ਮਾਨਤ ਨਹੀਂ ਦਿੱਤੀ ਜਾਵੇਗੀ। ਥਰਡ ਹੈਗਾ ਨਿੱਜੀ ਬੌਂਡ ਦੇ ਆਧਾਰ ਤੇ ਕਿਸੇ ਨੂੰ ਵੀ ਜ਼ਮਾਨਤ ਨਹੀਂ ਦਿੱਤੀ ਜਾਵੇਗੀ। ਫੋਰਥ, ਦੇਸ਼ ਅਤੇ ਵਿਦੇਸ਼ ਦੇ ਵਿੱਚ ਆਤੰਕਵਾਦੀ ਗਤੀਵਿਧੀਆਂ ਲਈ ਧਨ ਇਕੱਠਾ ਕਰਨ, ਆਤੰਕਵਾਦੀਆਂ ਦੇ ਕੈਂਪ ਲਗਾਉਣ ਤੇ ਆਤੰਕਵਾਦੀਆਂ ਦੀ ਭਰਤੀ ਕਰਨ ਦੇ ਜੁਰਮ ਦੇ ਵਿੱਚ 5 ਸਾਲ ਦੀ ਸਜ਼ਾ ਦਿੱਤੀ ਜਾ ਸਕੇਗੀ। ਫਿਫਥ ਹੈਗਾ ਵਿਦੇਸ਼ੀ ਨਾਗਰਿਕ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਦੇਸ਼ ਵਿੱਚ ਦਾਖਲ ਹੋਏ ਆ ਤੇ ਜਿਨ੍ਹਾਂ ਵਿਰੁੱਧ ਇਸ ਕਾਨੂੰਨ ਅਧੀਨ ਮੁਕੱਦਮਾ ਚਲਾਇਆ ਗਿਆ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾਵੇਗੀ। ਸਿਕਸਥ ਹੈਗਾ ਆਤੰਕਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਗਤੀਵਿਧੀਆਂ ਦਾ ਘੇਰਾ ਜਿਹੜਾ ਵਿਸ਼ਾਲ ਕੀਤਾ ਗਿਆ ਤੇ 7th ਹੈ ਆਤੰਕਵਾਦੀ ਗਤੀਵਿਧੀਆਂ ਟੈਰਰਿਸਟ ਐਕਟ ਜਿਹੜਾ ਉਹਦੇ ਅਧੀਨ ਆਪਾਂ ਪੜ੍ਹ ਰਹੇ ਹਾਂ ਵੀ ਜਿਹੜੇ ਸ਼ਾਮਲ ਵਿਅਕਤੀ ਤੇ ਸੰਗਠਨਾਂ ਦੀਆਂ ਸਾਰੀਆਂ ਸੰਪਤੀਆਂ ਉਹਨਾਂ ਨੂੰ ਵੀ ਸੀਲ ਕੀਤਾ ਜਾਵੇਗਾ ਤੇ ਜ਼ਬਤ ਵੀ ਕੀਤੀਆਂ ਜਾ ਸਕਦੀਆਂ। ਉਸ ਤੋਂ ਅੱਗੇ ਬੇਟੇ ਇਹ ਸੀ ਆਪਣਾ ਸੁਤੰਤਰਤਾ ਦਾ ਅਧਿਕਾਰ। ਉਸ ਤੋਂ ਅੱਗੇ ਆਪਣਾ ਹੈਗਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਧਾਰਾ 23 ਤੇ 24 ਰਾਈਟ ਅਗੇਂਸਟ ਐਕਸਪਲੋਇਟੇਸ਼ਨ ਆਰਟੀਕਲ 23 ਤੇ 24। ਸੰਵਿਧਾਨ ਦੀ ਧਾਰਾ 23 ਤੇ 24 ਹੈ ਇਹਦੇ ਵਿੱਚ ਕੀ ਹੈ ਮਨੁੱਖੀ ਸ਼ੋਸ਼ਣ ਜਿਹੜਾ ਉਸ ਨੂੰ ਸਮਾਪਤ ਕਰਨ ਦੀ ਪੂਰੀ ਵਿਵਸਥਾ ਕੀਤੀ ਗਈ ਹੈ। ਫਸਟ ਪੁਆਇੰਟ ਦੇ ਵਿੱਚ ਹੈਗਾ ਮਨੁੱਖੀ ਵਪਾਰ ਅਤੇ ਜਬਰੀ ਮਜ਼ਦੂਰੀ ਦੀ ਮਨਾਹੀ ਧਾਰਾ 23 ਪ੍ਰੋਹਿਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸ ਲੇਬਰ ਆਰਟੀਕਲ 23। ਇਹਦੇ ਵਿੱਚ ਕੀ ਹੈ ਆਰਟੀਕਲ 23 ਦੇ ਵਿੱਚ ਮਨੁੱਖੀ ਵਪਾਰ, ਵੇਤਨ ਦਿੱਤੇ ਬਿਨਾਂ ਕੰਮ ਕਰਵਾਉਣਾ ਮਤਲਬ ਵੰਗਾਰ ਅਤੇ ਕੰਮ ਕਰਵਾਉਣਾ, ਵਿਅਕਤੀ ਦੀ ਇੱਛਾ ਦੇ ਵਿਰੁੱਧ ਕੰਮ ਕਰਵਾਏ ਜਾਣ ਦੀ ਕਾਨੂੰਨੀ ਮਨਾਹੀ ਕੀਤੀ ਗਈ ਹੈ। ਪਰੰਤੂ ਸੰਵਿਧਾਨ ਦੀ ਜਿਹੜੀ ਧਾਰਾ 23 ਹੈ ਇਹਦੇ ਵਿੱਚ ਕੀ ਹੈ ਵੀ ਰਾਜ ਜਨਤਕ ਹਿੱਤਾਂ ਦੇ ਲਈ ਨਾਗਰਿਕਾਂ ਕੋਲੋਂ ਕੰਪਲਸਰੀ ਸਰਵਿਸ ਕਰਵਾ ਸਕਦਾ ਹੈ ਤੇ ਅਜਿਹਾ ਕਾਨੂੰਨ ਬਣਾਉਂਦੇ ਸਮੇਂ ਰਾਜ ਹੈ ਜਿਹੜਾ ਕਿਸੇ ਵੀ ਜਾਤ, ਧਰਮ, ਰੰਗ ਜਾਂ ਨਸਲ ਦੇ ਆਧਾਰ ਤੇ ਕੋਈ ਵੀ ਵਿਤਕਰਾ ਨਹੀਂ ਕਰੇਗਾ। ਸੈਕਿੰਡ ਹੈ ਬਾਲ ਕਿਰਤ ਦੀ ਮਨਾਹੀ ਧਾਰਾ 24 ਪ੍ਰੋਹਿਬਿਸ਼ਨ ਆਫ ਇੰਪਲੋਇਮੈਂਟ ਆਫ ਚਿਲਡਰਨ ਆਰਟੀਕਲ 24। ਇਹਦੇ ਵਿੱਚ ਕੀ ਹੈ ਵੀ 14 ਸਾਲ ਤੋਂ ਜਿਹੜੇ ਘੱਟ ਉਮਰ ਦੇ ਬੱਚੇ ਆ ਉਹਨਾਂ ਨੂੰ ਕਾਰਖਾਨਿਆਂ ਖਾਣਾ ਜਾਂ ਕੋਈ ਵੀ ਜਿਹੜਾ ਔਖਾ ਕੰਮ ਆ ਉਹ ਕਰਨ ਦੇ ਵਿੱਚ ਨਹੀਂ ਲਗਾਇਆ ਜਾਵੇਗਾ ਤੇ ਇਸ ਤਰ੍ਹਾਂ ਉਹਨਾਂ ਦੀ ਸਿਹਤ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੈ ਜਿਹੜਾ ਉਹ ਨਹੀਂ ਪਹੁੰਚੇਗਾ।
ਉਸ ਤੋਂ ਅੱਗੇ ਬੇਟੇ ਆਪਾਂ ਕਰਾਂਗੇ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਧਾਰਾ 25 to 28।